ਵਾਹਿਗੁਰੂ ਸਾਹਿਬ ਜੀ। ਮਲਾਰ ਮਹਿਲਾ ਤੀਜਾ। ਚੌਪਦੇ ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਨਿਰੰਕਾਰ ਆਕਾਰ ਹੈ, ਨਿਰੰਕਾਰ ਆਕਾਰ ਹੈ ਆਪੇ, ਆਪੇ ਭਰਮ ਭੁਲਾਏ। ਕਰ ਕਰ ਕਰਤਾ ਆਪੇ ਵੇਖੈ, ਜਿਤ ਭਾਵੈ ਤਿਤ ਲਾਏ। ਨਿਰੰਕਾਰ ਆਕਾਰ ਹੈ ਆਪੇ, ਆਪੇ ਭਰਮ ਭੁਲਾਏ। ਕਰ ਕਰ ਜਾਂ ਕੋ ਹੁਕਮ ਮਨਾਏ, ਆਪਣਾ ਭਾਣਾ ਆਪੇ ਜਾਣੈ। ਗੁਰ ਕਿਰਪਾ ਤੇ ਲਹੀਐ, ਇਹਾ ਸ਼ਗਤ ਸਿਵੈ ਘਰ ਆਵੈ। ਜੀਵਤਿਆਂ ਮਰ ਰਹੀਐ ਰਹਾਉ, ਵੇਦ ਪੜੈ ਪੜਵਾਦ ਵਖਾਣੈ। ਬ੍ਰਹਮਾ ਵਿਸ਼ਨ ਮਹੇਸ਼ਾ, ਇਹ ਤ੍ਰਿਗੁਣ ਮਾਇਆ ਜਿਨ ਜਗਤ ਭੁਲਾਇਆ। ਜਨਮ ਮਰਨ ਕਾ ਸਹਸਾ, ਗੁਰ ਪ੍ਰਸਾਦੀ ਏਕੋ ਜਾਣੈ। ਚੁਕੈ ਮਨੋ ਅੰਧੇਸਾ, ਹਮ ਦੀਨ ਮੂਰਖ ਅਵਿਚਾਰੀ। ਤੁਮ ਚਿੰਤਾ ਕਰੋ ਹਮਾਰੀ, ਉਹ ਦਇਆਲ ਕਰ ਦਾਸ ਦਾਸਾਂ ਕਾ। ਸੇਵਾ ਕਰੀ ਤੁਮਾਰੀ, ਏਕ ਨਿਧਾਨ ਦੇਹ ਤੂੰ ਆਪਣਾ। ਐਨਿਸ ਨਾਮ ਵਖਾਣੀ, ਕਹਿਤ ਨਾਨਕ ਗੁਰ ਪ੍ਰਸਾਦੀ ਬੂਝੋ ਕੋਈ। ਐਸਾ ਕਰੇ ਵਿਚਾਰਾ, ਜੋ ਜਲ ਉਪਰ ਫੇਨ ਬੁਧ ਬਦਾ। ਤੈਸਾ ਇਹ ਸੰਸਾਰਾ, ਜਿਸ ਤੇ ਹੋਆ ਤਿਸਹਿ ਸਮਾਣਾ। ਚੂਕ ਗਿਆ ਪਾਸਾਰਾ, ਕਹਿਤ ਨਾਨਕ ਗੁਰ ਪ੍ਰਸਾਦੀ ਬੂਝੋ ਕੋਈ। ਐਸਾ ਕਰੇ ਵਿਚਾਰਾ, ਜਿਉ ਜਲ ਉਪਰ ਫੇਨ ਬੁਧ ਬਦਾ। ਤੈਸਾ ਇਹ ਸੰਸਾਰਾ, ਜਿਸ ਤੇ ਹੋਵਾ ਤਿਸਹਿ ਸਮਾਣਾ। ਚੂਕ ਗਿਆ ਪਾਸਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ, ਜੁਗੋ ਜੁਗ ਅਟਲ, ਸਰਬ ਕਲਾ ਸਮਰੱਥ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੇ ਪਰਮ ਸਤਿਕਾਰਯੋਗ ਵਡਭਾਗੀ ਗੁਰਮੁਖ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਕੇ ਕੀਰਤਨੀਏ ਪਾਸੋਂ ਗੁਰਬਾਣੀ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ ਹੈ। ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਜੋ ਕਥਾ ਰੋਜ਼ ਆਪ ਜੀ ਸਰਵਣ ਕਰਦੇ ਹੋ, ਉਸ ਨਾਲ ਸੰਬੰਧਿਤ ਸਤਿਗੁਰੂ ਜੀ ਦੇ ਇਹ ਪਾਵਨ ਬਚਨ ਮਲਾਰ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਅੱਜ ਦਾ ਇਹ ਪਵਿੱਤਰ ਮੁੱਖ ਵਾਕ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਹੈ। ਸਤਿਗੁਰੂ ਜੀ ਨੇ ਮੁੱਖ ਵਾਕ ਦੇ ਰਾਹੀਂ ਸਾਨੂੰ ਇਹ ਗਿਆਨ ਦਿੱਤਾ ਹੈ ਕਿ ਜਿੰਨਾ ਚਿਰ ਮਨੁੱਖ ਮਾਇਆ ਦੇ ਪ੍ਰਭਾਵ ਹੇਠ ਰਹਿੰਦਾ ਹੈ, ਉਹਨਾਂ ਚਿਰ ਉਹ ਰਜੋ ਗੁਣ, ਤਮੋ ਗੁਣ, ਸਤੋ ਗੁਣ, ਉਹਦੇ ਮਨ 'ਚ ਹੰਕਾਰ ਵੀ ਰਹਿੰਦਾ ਹੈ, ਹਨੇਰਾ ਵੀ ਰਹਿੰਦਾ ਹੈ, ਹੋਰ ਅਨੇਕ ਤਰ੍ਹਾਂ ਦੀਆਂ ਬੁਰਾਈਆਂ ਉਹਨੂੰ ਚੰਬੜੀਆਂ ਰਹਿੰਦੀਆਂ ਨੇ। ਉਹਦੇ 'ਚ ਫਿਰ ਉਸ ਸੰਸਾਰ 'ਚ ਦੁਈ ਦਵੈਤ ਵਿੱਚ ਵਿਚਰਦਾ ਹੈ। ਉਹਨੂੰ ਕੋਈ ਆਪਣਾ, ਕੋਈ ਬਗਾਨਾ ਨਜ਼ਰ ਆਉਂਦਾ ਹੈ, ਕੋਈ ਚੰਗਾ, ਕੋਈ ਮਾੜਾ ਨਜ਼ਰ ਆਉਂਦਾ ਹੈ। ਭਾਵੇਂ ਕਿ ਮਨੁੱਖ
ਧਾਰਮਿਕ ਕਰਮ ਵੀ ਬਹੁਤ ਕਰਦਾ ਹੈ, ਲੇਕਿਨ ਜਿਹੜੇ ਧਾਰਮਿਕ ਕਰਮ ਵੀ ਕਿਸੇ ਇੱਛਾ ਦੇ ਅਧੀਨ ਕੀਤੇ ਜਾਂਦੇ ਨੇ, ਉਹ ਸਾਨੂੰ ਇਸ ਮਾਇਆ ਦੇ ਤਿੰਨਾਂ ਗੁਣਾਂ ਤੋਂ ਮੁਕਤੀ ਨਹੀਂ ਦਿਲਾ ਸਕਦੇ। ਜਦੋਂ ਕੋਈ ਮਨੁੱਖ ਗੁਰੂ ਕੇ ਗਿਆਨ ਰਾਹੀਂ ਪਰਮਾਤਮਾ ਦੇ ਪਿਆਰ ਜੁੜਦਾ ਹੈ, ਇਹਨਾਂ ਮਾਇਆ ਦੇ ਤਿੰਨਾਂ ਗੁਣਾਂ ਤੋਂ ਮੁਕਤ ਹੁੰਦਾ ਹੈ, ਸਹਿਜ ਵਿੱਚ ਪਹੁੰਚਦਾ ਹੈ, ਉਦੋਂ ਇਹਨੂੰ ਇਹ ਪਤਾ ਲੱਗਦਾ ਹੈ ਕਿ ਇਹ ਤੇ ਜਗਤ ਇਵੇਂ ਹੈ ਜਿਵੇਂ ਪਾਣੀ ਦਾ ਬੁਲਬੁਲਾ ਹੁੰਦਾ ਹੈ। ਇਹ ਜਗਤ ਇੱਕ ਖੇਡ ਹੈ ਪਰਮਾਤਮਾ ਦੀ, ਸਮੁੱਚੀ ਖੇਡ ਵਿੱਚ ਬੈਠਾ ਵੀ ਉਹ ਆਪ ਹੀ ਹੈ, ਸਾਰੇ ਥਾਵੇਂ ਤੇ ਰਮਿਆ ਵੀ ਉਹ ਆਪ ਹੈ। ਫਿਰ ਇਸ ਅਸਥਾਨ ਤੇ ਪਹੁੰਚ ਕੇ ਉਹਨੂੰ ਇੱਕ ਪਤਾ ਲੱਗਦਾ ਹੈ कि जैसे एक आग ते कनुका कोट आग उठे, आग के कनुका सवे आग में मिलाएंगे। जिवें अग दे विचों कई चंगियाड़ियां पैदा हुंदियां ने, वो वखरियां वखरियां नज़र आउंदियां ने, लेकिन आखिर वो फिर अग च ही समा जांदियां ने। पानी दे विचों कई तरंगां पैदा हुंदियां ने, असीं सोचदे कि ये पानी दीयां लहरां वखरियां वखरियां ने, ये तरंगां वखरियां वखरियां ने, पर वो आखिर पानी दा रूप ने, पानी च ही समा जांदियां ने। तिवें उस मनुख नूं ये सोझी हुंदी है कि परमात्मा तो असीं सारे जीव पैदा होए हैं, जिवें समुद्र की तरंग कोई वड्डी है, कोई छोटी है, कोई किसी तरह की है, इवें ये सारे जीव जिहड़े परमात्मा ने रंगी रंगी भांति कर कर जिनसी माया जिन उपाई कर कर वेख्या कीता अपना जिव तिस दी वढियाई, कि सारी दुनिया ते परमात्मा ने बनाई है। माटी एक अनेक भांत कर साजी साजनहारे, उस साजनहार पिता ने इक्को ही मिट्टी तो जां इक्को ही तत्तां तो सारे वखरे वखरे जीव बनाए ने। साडे ते माया दा प्रभाव पै गया, असी दुई दवैच मेर तेर विच वैर विरोध ईरखा च पै के अपना यह जीवन अकार्थ गवा लिया। आनंद साहिब जी की पवित्र बाणी विच श्री गुरु अमरदास जी का एक पवित्र बचन है, सिमरत शास्त्र बहु भेद विच पुन पाप विचार दे तत्ते सार न जानी, तत्ते सार न जानी गुरु बाजो तत्ते सार न जानी, तिही गुणी संसार भ्रम सुता सुतियां रहण विहाणी, गुर कृपा ते से जन जागे जिन हर मन वसिया, बोले अमृत बाणी कहे नानक सो तत पाए, जिसनों अन दिन हर लिव लागै जागत रहण विहाणी। सतगुरु साहिब जी कहते कि मनुख सिमरतां शास्त्रियां नूं वेदां नूं होर बहुत धर्म ग्रंथ विचारते ने, पर जो कुछ भी मनुख पढ़ रहा है ना, वो माया के प्रभाव च ही पढ़ रहा है, माया तो मुक्त होने लिए नहीं पढ़ रहा। इन्हों जानते हैं मनुख ये तो कहता कि आ काम करो, ए शब्द पढ़ो, ए कुछ मिल जाएगा, ए काम करो, ए इच्छा पूरी हो जाएगी, ए दुख दूर हो जाएगा, लेकिन तत्त सार न जानी। जो तत्त है धर्म ग्रंथां दे अंदर तत्त दा ज्ञान है, परमात्मा दा ज्ञान है, लेकिन सतगुरु जी कहते मनुख उधर नूं जुड़दा ही नहीं है। ਉਹਦਾ ਕਾਰਨ ਤੱਤੇ ਸਾਰ न जानी गुरु बाजों तत्ते सार न जानी, गुरु के ज्ञान तो बिना मनुख नूं तत्त दी सोझी नहीं होनी। गुरु के ज्ञान तो बिना ये मनुख तिन्ना गुणां दे प्रभाव विच सुता पिया, तिही गुणी संसार भ्रम सुता सुतियां रहण विहाणी। माया दे तिन्ना गुणां दे प्रभाव विच ये जगत सुता पिया है। कोई संसारी जीव है, वो संसारी लोड़ां दी खातर दौड़ भज कर रहा है, और ਜਿਹੜੇ ਲੋਕ ਕਹਿੰਦੇ ਅਸੀਂ ਦੁਨੀਆ ਛੱਡ ਦਿੱਤੀ ਹੈ, ਅਸੀਂ ਸੰਸਾਰ ਨੂੰ ਤਿਆਗ ਦਿੱਤਾ, ਧਾਰਮਿਕ ਬਣ ਗਏ ਹਾਂ, ਉਹ ਵੀ ਤੇ ਮਾਇਆ ਦੇ ਮੋਹ ਤੋਂ ਅੱਗੇ ਨਹੀਂ ਜਾ ਸਕੇ, ਉਹ ਵੀ ਰਿੱਧੀਆਂ ਸਿੱਧੀਆਂ ਵਿੱਚ ਅਟਕ ਗਏ, ਉਹ ਵੀ ਆਪਣੀ ਪੂਜਾ ਪ੍ਰਤਿਸ਼ਠਾ ਵਿੱਚ ਫਸ ਕੇ ਰਹਿ ਗਏ, ਉਹ ਵੀ ਮੇਰ ਤੇਰ ਵਿੱਚ ਫਸੇ ਹੋਏ ਨੇ। ਧਰਤੀ ਤੇ ਸਮਾਜ ਵਿੱਚ ਬਹੁਤੇ ਕਲ ਕਲੇਸ਼ ਤੇ ਧਾਰਮਿਕ ਲੋਕਾਂ ਦੇ ਖੜੇ ਕੀਤੇ ਹੋਏ ਨੇ। ਲੋਕਾਂ ਦੇ ਵਿੱਚ ਦੁਇਦਵੈਤ ਪੈਦਾ ਕਰਨੀ, ਧਰਮ ਦੇ ਨਾਂ ਤੇ ਨਫ਼ਰਤ ਪੈਦਾ ਕਰਨੀ, इस करके वो भी तिना गुणा च पए हुए ने। सतगुरु जी कहते जिन्हां ते गुरु की मेहर होए ना, वो फिर जागते ने, सुचेत हुंदे ने, वो अपनी जिंदगी नूं सफल बना लैंदे ने। धन गुरु अमरदास सच्चे पातशाह जी इस समुचे मुख वाक दे राही जो ज्ञान सानूं बख्श रहे ने, आपां मिल के इहदी विचार करिए। सतगुरु जी के प्यार में जुड़दे आ, मन बिरतियां नूं टिकाउण हित इकागर चित हो मुख तो सारे ही उचारण करिए जी। सतनाम वाहिगुरु साहिब जी। मलार महला तीजा चौप दे घर पहिला, एक ओंकार
ਸਤਿਗੁਰ ਪ੍ਰਸਾਦ। ਮਲਾਰ ਰਾਗ ਦਾ ਇਹ ਪ੍ਰਥਮ ਸ਼ਬਦ ਗੁਰੂ ਅਮਰਦਾਸ ਜੀ ਦਾ। ਇਸ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਸੀ। ਇਹ ਪਵਿੱਤਰ ਸ਼ਬਦ 4 ਪਦਾਂ ਵਾਲਾ ਹੈ। ਪਹਿਲੇ ਘਰ ਵਿੱਚ ਸਤਿਗੁਰੂ ਜੀ ਨੇ ਗਾਇਨ ਕਰਨ ਦੀ ਗੱਲ ਕਹੀ ਹੈ। ਆਰੰਭ ਵਿੱਚ ਸਤਿਗੁਰੂ ਜੀ ਆਪਣੀ ਮਰਜ਼ਾਦਾ ਅਨੁਸਾਰ ਮੰਗਲਾ ਚਰਨ ਵਾਹਿਗੁਰੂ ਜੀ ਦੀ ਸਿਫਤ ਸਲਾਹ 'ਚ ਕਰਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਪਰਮ ਪਿਤਾ ਵਾਹਿਗੁਰੂ ਜੀ ਸਿਰਫ ਇੱਕ ਹੈ, ਨਿਰੰਤਰ ਜੀਵਾਂ 'ਚ ਰਮਿਆ ਹੋਇਆ ਹੈ। ਉਹ ਗੁਰੂ ਦੀ ਕਿਰਪਾ ਸਦਕਾ ਉਸ ਦੀ ਪ੍ਰਾਪਤੀ ਹੁੰਦੀ ਹੈ। ਨਿਰੰਕਾਰ ਆਕਾਰ ਹੈ ਆਪੇ, ਆਪੇ ਭਰਮ ਭੁਲਾਏ। ਸਤਿਗੁਰੂ ਜੀ ਦੇ ਇਸ ਮੁੱਖ ਵਾਕ ਦਾ ਜੋ ਕੇਂਦਰੀ ਪੰਕਤੀਆਂ ਨੇ, ਜਿਨ੍ਹਾਂ 'ਚ ਮੁੱਖ ਮਕਸਦ ਅੰਕਿਤ ਹੈ ਕਿ ਆਪਣਾ ਭਾਣਾ ਆਪੇ ਜਾਣੇ ਗੁਰ ਕਿਰਪਾ ਤੇ ਲਈਐ। ਪਰਮਾਤਮਾ ਨੇ ਸਾਰਾ ਸੰਸਾਰ ਬਣਾਇਆ ਹੈ ਨਾ, ਸਾਰੇ ਸੰਸਾਰ 'ਚ ਆਪ ਹੀ ਬੈਠਾ ਹੋਇਆ। ਗੁਰਬਾਣੀ 'ਚ ਅਸੀਂ ਥਾਂ ਥਾਂ ਤੇ ਸਤਿਗੁਰੂ ਜੀ ਦੇ ਇਹ ਬਚਨ ਪੜ੍ਹਦੇ ਹਾਂ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰ ਸਾਜੀ ਹੈ, ਕਰ ਆਸਣ ਡਿਠੋ ਚਾਓ। ਵਾਹਿਗੁਰੂ ਜੀ ਨੇ ਆਪਣੇ ਆਪ ਨੂੰ ਬਣਾਇਆ, ਆਪਣੇ ਨਾਮ ਨੂੰ ਬਣਾਇਆ ਤੇ ਆਪਣੇ ਆਪ ਤੋਂ ਆ ਕੁਦਰਤ ਸਾਰਾ ਸੰਸਾਰ ਰਚਿਆ। ਪਰ ਇਹ ਸੰਸਾਰ ਨੂੰ ਰਚ ਕੇ ਕਰ ਆਸਣ ਡਿਠੋ ਚਾਓ, ਇਹਦੇ 'ਚ ਆਸਣ ਜਮਾ ਕੇ ਪਰਮਾਤਮਾ ਬੈਠ ਗਿਆ, ਵੱਖਰਾ ਨਹੀਂ ਚਲਿਆ ਗਿਆ। ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ। ਇਹ ਜਗਤ ਹੀ ਪਰਮਾਤਮਾ ਦਾ ਘਰ ਹੈ। ਪਰਮਾਤਮਾ ਕੋ ਆਕਾਸ਼ ਤੇ ਨਹੀਂ ਬੈਠਾ, ਜਿਵੇਂ ਕਹਿੰਦੇ ਜਾਓ ਉੱਪਰ ਬੈਠਾ ਪਰਮਾਤਮਾ ਦੇਖ ਰਿਹਾ, ਅੰਦਰ ਬੈਠਾ ਨਹੀਂ ਦੇਖ ਰਿਹਾ। ਅਸੀਂ ਝੱਟ ਉਂਗਲ ਤਾਂ ਨੂੰ ਕਰਦੇ, ਉੱਪਰ ਵਾਲਾ ਜਾਣਦਾ। ਕੋਈ ਪੂਰਬ 'ਚ ਉਹਨੂੰ ਮੰਨ ਲੈਂਦਾ ਹੈ, ਕੋਈ ਦੱਖਣ 'ਚ ਉਸ ਨੂੰ ਮੰਨ ਲੈਂਦਾ ਹੈ, ਕੋਈ ਪੱਛਮ 'ਚ ਮੰਨ ਲੈਂਦਾ ਹੈ। ਆਪੋ ਆਪਣੀ ਸੋਚ ਅਨੁਸਾਰ ਹਰ ਕਿਸੇ ਨੇ ਰੱਬ ਦਾ ਘਰ ਹੀ ਵੱਖਰਾ ਵੱਖਰਾ ਮੰਨ ਲਿਆ। ਪਰ ਸਤਿਗੁਰੂ ਜੀ ਕਹਿੰਦੇ ਸਾਰਿਆਂ 'ਚ ਹੀ ਬੈਠਾ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਹਿ ਚਾਨਣ, ਸਭ ਮੈਂ ਚਾਨਣ ਹੋਏ। ਸਾਰਿਆਂ 'ਚ ਹੀ ਉਹ ਰੱਬੀ ਜੋਤ ਬਿਰਾਜਮਾਨ ਹੈ। ਉਸ ਜੋਤ ਸਦਕਾ ਅਸੀਂ ਚੱਲਦੇ ਫਿਰਦੇ ਆ। ਅੰਦਰ ਬਾਹਰ ਸਾਰੇ ਥਾਵਾਂ ਤੇ ਉਹ ਪਰਮਾਤਮਾ ਹੀ ਵਸਿਆ ਹੋਇਆ। ਜਦੋਂ ਪਰਮਾਤਮਾ ਸਾਰਿਆਂ 'ਚ ਹੀ ਵਸਿਆ ਹੋਇਆ, ਹੁਣ ਪਰਮਾਤਮਾ ਨੇ ਇਹ ਜਗਤ ਇੱਕ ਖੇਡ ਬਣਾਈ ਹੈ। ਖੇਡ ਦੇ ਕੁਝ ਨਿਯਮ ਹੁੰਦੇ ਨੇ। ਖੇਡ ਆਪ ਉਧਰਾਪਣ ਨਹੀਂ ਹੁੰਦਾ। ਆਪਾਂ ਦੇਖਦੇ ਹੀ ਆ ਨਾ, ਖੇਡਾਂ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਨੇ, ਉਹਨਾਂ ਦੇ ਕੁਝ ਨਿਯਮ ਹੁੰਦੇ ਨੇ, ਕੋਈ ਕਾਨੂੰਨ ਹੁੰਦੇ ਨੇ, ਕੋਈ ਉਹਨਾਂ ਦੀ ਮਾਨ ਮਰਜ਼ਾਦਾ ਹੁੰਦੀ ਹੈ। ਉਸ ਖੇਡ ਦੇ ਵਿੱਚ ਖੇਡਣ ਵਾਲੇ ਲਈ ਕੁਝ ਨਾ ਕੁਝ ਕੰਡੀਸ਼ਨਾਂ ਹੁੰਦੀਆਂ ਨੇ। ਜਿਹਨੇ ਜਿੱਤਣਾ ਹੈ ਉਹਦੇ ਲਈ ਕੁਝ ਨਾ ਕੁਝ ਉਹਨੂੰ ਟੈਸਟ ਪਾਸ ਕਰਨੇ ਪੈਂਦੇ ਨੇ। ਇਹ ਜਗਤ ਇੱਕ ਖੇਡ ਹੈ। ਅਸੀਂ ਸਾਰੇ ਵਾਹਿਗੁਰੂ ਜੀ ਦੇ ਹੁਕਮ 'ਚ ਇੱਥੇ ਖੇਡ ਖੇਡਣ ਲਈ ਆਏ ਹਾਂ। ਲੇਕਿਨ ਇਹ ਖੇਡ ਦੇ ਵਿੱਚ ਨਿਯਮਾਵਲੀ ਹੈ, ਪਰਮਾਤਮਾ ਦਾ ਹੁਕਮ ਹੈ। ਜਿਹੜਾ ਉਸ ਹੁਕਮ ਅਨੁਸਾਰ ਇਸ ਜ਼ਿੰਦਗੀ ਦੀ ਖੇਡ ਨੂੰ ਖੇਡੇਗਾ, ਉਹ ਜ਼ਿੰਦਗੀ ਦੀ ਬਾਜੀ ਜਿੱਤ ਜਾਏਗਾ, ਉਹ ਜੇਤੂ ਕਰਾਰ ਦਿੱਤਾ ਜਾਏਗਾ, ਨਹੀਂ ਤੇ ਹਾਰ ਜਾਏਗਾ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਇਹ ਜਗਤ ਪਰਮਾਤਮਾ ਦਾ ਬਣਾਇਆ ਹੈ। ਸਾਰੇ ਜਗਤ 'ਚ ਪਰਮਾਤਮਾ ਬੈਠਾ ਹੈ। ਇਹ ਜਗਤ ਪਰਮਾਤਮਾ ਦੇ ਭਾਣੇ 'ਚ ਚੱਲ ਰਿਹਾ ਹੈ। ਪਰ ਉਹ ਜਿਹੜਾ ਭਾਣਾ ਹੈ ਨਾ, ਉਹਦੀ ਸਮਝ ਵੀ ਪਰਮਾਤਮਾ ਗੁਰੂ ਦੇ ਰਾਹੀਂ ਆਪ ਹੀ ਦਿਵਾਉਂਦਾ ਹੈ, ਗੁਰੂ ਤੋਂ ਬਿਨਾਂ ਨਹੀਂ। ਆਪਣਾ ਭਾਣਾ ਆਪੇ ਜਾਣੈ, ਗੁਰ ਕਿਰਪਾ ਤੇ ਲਹੀਐ। ਵਾਹਿਗੁਰੂ ਜੀ ਦੀ ਜੋ ਰਜ਼ਾ ਹੈ, ਜਿਹਦੇ ਪ੍ਰਥਾਏ ਸਤਿਗੁਰੂ ਜੀ ਨੇ ਕਿ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਜਿਹਦੇ ਪ੍ਰਥਾਏ ਗੁਰਬਾਣੀ ਕਹਿੰਦੀ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੇ ਜੇ ਬੁਝੈ ਤਾਂ ਹਉ ਮੈਂ ਕਹੈ ਨਾ ਕੋਏ। ਉਹ ਜਿਹੜਾ ਹੁਕਮ ਹੈ ਨਾ, ਉਹਦੇ 'ਚ ਜਗਤ ਚੱਲ ਰਿਹਾ, ਪਰ ਉਸ ਹੁਕਮ ਨੂੰ ਜਾਣਨ ਦੀ ਸਮਰੱਥਾ ਗੁਰੂ ਰਾਹੀਂ ਪਰਮਾਤਮਾ ਆਪ ਹੀ ਦਿੰਦਾ ਹੈ। ਕੋਈ ਮਨੁੱਖ ਇਹ ਨਾ ਕਿ ਮੈਂ ਇੱਦਾਂ ਹੀ ਹੁਕਮ ਨੂੰ ਸਮਝ ਲਵਾਂਗਾ। ਉਹਦੇ ਲਈ ਇੱਕ ਵਿਧਾਨ ਹੈ ਕਿ ਗੁਰੂ ਰਾਹੀਂ ਮਨੁੱਖ ਨੂੰ ਪਰਮਾਤਮਾ ਦੀ ਉਸ ਰਜ਼ਾ ਦਾ ਪਤਾ ਲੱਗਦਾ ਹੈ। ਖੇਡ ਦੇਖੋ, ਕੋਈ ਵੀ ਖੇਡਣੀ ਹੋਏ ਨਾ, ਆਮ ਬੰਦਾ ਤਾਂ ਨਹੀਂ ਨਾ ਖੇਡਦਾ। ਲਗਨ ਹੋਣੀ ਚਾਹੀਦੀ। ਲਗਨ ਤੋਂ ਬਾਅਦ ਫਿਰ ਬੰਦਾ ਕਹਿੰਦਾ ਕੋਈ ਕੋਚ ਹੋਣਾ ਚਾਹੀਦਾ ਹੈ, ਬੰਦੇ ਨੂੰ ਗਾਈਡ ਕਰਨ ਵਾਲਾ ਹੋਣਾ ਚਾਹੀਦਾ ਹੈ। ਵੱਡੇ ਵੱਡੇ ਓਲੰਪਿਕ ਤੱਕ ਜਿਹੜੇ ਓਲੰਪਿਕ ਚੈਂਪੀਅਨ ਬਣ ਜਾਂਦੇ ਨੇ, ਉਹਨਾਂ ਦੇ ਵੀ ਕੋਚ ਹੁੰਦੇ ਨੇ, ਉਹ ਵੀ ਉਹਨਾਂ ਨੂੰ ਗਾਈਡ ਕਰਦੇ ਰਹਿੰਦੇ ਨੇ। ਦੁਨੀਆ ਦਾ ਕੋਈ ਕੰਮ ਅਸੀਂ ਜੇ ਕਾਮਯਾਬ ਹੋਣਾ ਹੈ ਤੇ ਉਹਦੇ ਲਈ ਕੋਈ ਨਾ ਕੋਈ ਸਾਨੂੰ ਸੇਧ ਦੇਣ ਵਾਲਾ ਹੁੰਦਾ ਹੈ, ਸੋਝੀ ਦੇਣ ਵਾਲਾ ਹੁੰਦਾ ਹੈ, ਸਾਨੂੰ ਕੋਈ ਨਾ ਕੋਈ ਗਾਈਡ ਕਰਨ ਵਾਲਾ ਹੁੰਦਾ ਹੈ। ਹੁਣ ਇਹ ਜ਼ਿੰਦਗੀ ਦੀ ਖੇਡ ਜਿਹੜੀ ਹੈ, ਇਹ ਬੰਦਾ ਆਪ ਹੀ ਖੇਡਣੀ ਚਾਹੁੰਦਾ ਹੈ।
ਜਦੋਂ ਬੰਦਾ ਸੋਚੇ ਨਾ ਕਿ ਆਪ ਹੀ ਜਿੱਤ ਲਵਾਂਗਾ, ਇਹਦਾ ਮਤਲਬ ਇਹ ਹੰਕਾਰ ਹੈ, ਉਹ ਸਮਝਣਾ ਨਹੀਂ ਚਾਹੁੰਦਾ, ਅੱਗੇ ਨਹੀਂ ਵਧਣਾ ਚਾਹੁੰਦਾ, ਉਹ ਆਪਣੀ ਸੋਚ ਵਿੱਚ ਹੀ ਸੀਮਤ ਹੋ ਕੇ ਰਹਿਣਾ ਚਾਹੁੰਦਾ, ਖੂਹ ਦੇ ਡੱਡੂ ਬਣ ਕੇ ਰਹਿਣਾ ਚਾਹੁੰਦਾ। ਗੁਰਬਾਣੀ ਕਹਿੰਦੀ ਗੁਰ ਕਿਰਪਾ ਤੇ ਲਈ ਹੈ। ਗੁਰੂ ਦੀ ਕਿਰਪਾ ਭਾਵ ਗੁਰੂ ਕੇ ਗਿਆਨ ਰਾਹੀਂ, ਸਤਿਗੁਰ ਪ੍ਰਸਾਦ ਸ਼ਬਦ ਵਰਤਿਆ ਸਤਿਗੁਰੂ ਜੀ ਨੇ, ਉਹਦਾ ਅਰਥ ਇੱਥੇ ਗਿਆਨ ਵੀ। ਗੁਰੂ ਕੇ ਗਿਆਨ ਰਾਹੀਂ ਮਨੁੱਖ ਨੂੰ ਵਾਹਿਗੁਰੂ ਜੀ ਦੇ ਭਾਣੇ ਦਾ ਪਤਾ ਲੱਗਦਾ ਹੈ। ਫਿਰ ਕੀ ਹੁੰਦਾ? ਇਹ ਸ਼ਗਤ ਸਿਵੈ ਘਰ ਆਵੈ, ਜੀਵਤਿਆ ਮਰ ਰਹੀ ਹੈ। ਇਹੀ ਬੰਦਾ ਜਿਹੜਾ ਸ਼ਕਤੀ ਦਾ ਅਰਥ ਹੈ ਮਾਇਆ, ਜਿਹੜਾ ਮਾਇਆ ਦੇ ਅਧੀਨ ਖੇਡ ਰਿਹਾ ਹੈ, ਮਾਇਆ 'ਚ ਵਿਚਰ ਰਿਹਾ ਹੈ, ਮਾਇਆ ਦੇ ਪ੍ਰਭਾਵ 'ਚ ਤੁਰ ਫਿਰ ਰਿਹਾ ਹੈ, ਜਦੋਂ ਗੁਰੂ ਦੀ ਕਿਰਪਾ ਸਦਕਾ ਉਹ ਭਾਣੇ ਨੂੰ ਸਮਝ ਲੈਂਦਾ, ਫਿਰ ਸਿਵੈ ਘਰ ਆਵੈ। ਸ਼ਿਵ ਦਾ ਅਰਥ ਹੈ ਪਰਮਾਤਮਾ। ਉਹ ਫਿਰ ਪਰਮਾਤਮਾ ਦੇ ਘਰ ਵਿੱਚ ਉੱਚਾ ਪਹੁੰਚ ਜਾਂਦਾ ਹੈ, ਭਾਵ ਉਹਨੂੰ ਜ਼ਿੰਦਗੀ ਦੀ ਸਮਝ ਪੈ ਜਾਂਦੀ ਹੈ, ਉਹ ਰੱਬੀ ਰਜਾ 'ਚ ਤੁਰਨ ਲੱਗ ਪੈਂਦਾ। ਜੀਵਤਿਆਂ ਮਰ ਰਹੀ ਹੈ, ਵਰ ਜਿਉਂਦਾ ਹੀ ਮਰ ਕੇ ਜਿਉਂਦਾ, ਜਿਉਂਦਾ ਹੀ ਮਰ ਕੇ। ਹੁਣ ਬੰਦਾ ਮਰਨਾ ਨਹੀਂ ਚਾਹੁੰਦਾ। ਮਨੁੱਖ ਨੇ ਦਰਅਸਲ ਸਰੀਰ ਤਿਆਗਣ ਨੂੰ ਮੌਤ ਦਾ ਨਾਮ ਦੇ ਦਿੱਤਾ। ਇਹ ਮੌਤ ਨਹੀਂ ਹੈ, ਇਹ ਤੇ ਕੁਦਰਤੀ ਪ੍ਰਕਿਰਿਆ ਹੈ। ਮਨੁੱਖ ਨੇ ਸਰੀਰ ਤਿਆਗਣ ਨੂੰ ਮੌਤ ਦਾ ਨਾਮ ਦੇ ਦਿੱਤਾ। ਮੌਤ ਇਹ ਨਹੀਂ ਸੀ। ਮੌਤ ਸੇ ਦਰਅਸਲ ਜਦੋਂ ਮਨੁੱਖ ਅੰਦਰੋਂ ਜ਼ਮੀਰ ਵੱਲੋਂ ਮਰ ਜੇ, ਉਹ ਮੌਤ ਹੁੰਦੀ ਹੈ। ਹੰਕਾਰ 'ਚ ਵਿਕਾਰਾਂ 'ਚ ਪੈ ਕੇ ਅੰਦਰੋਂ ਜ਼ਮੀਰ ਮਰ ਜਾਂਦੀ ਬੰਦੇ ਦੀ। ਉਹਨਾਂ ਮਰਿਆਂ ਦੇ ਪ੍ਰਥਾਏ ਗੱਲ ਵੀ ਗੁਰਬਾਣੀ ਨੇ ਕੀਤੀ ਹੈ। ਪਰ ਸਤਿਗੁਰੂ ਜੀ ਕਹਿੰਦੇ ਆਪਾਂ ਮੌਤ ਪਹਿਲਾਂ ਹੀ ਪ੍ਰਵਾਨ ਕਰ ਲਈਏ। ਮੌਤ ਪ੍ਰਵਾਨ ਕਰਨ ਦਾ ਅਰਥ ਇਹ ਹੈ, ਦੇਖੋ ਬੰਦਾ ਮਰ ਜਾਏ ਨਾ, ਉਹ ਕੋਈ ਕਿਰਿਆ ਨਹੀਂ ਕਰਦਾ, ਕੋਈ ਹਿਲਜੁਲ, ਫਿਰ ਉਹਨੂੰ ਕੋਈ ਇੱਜ਼ਤ, ਕੋਈ ਸ਼ਾਨ, ਕੋਈ ਵੱਡਪਣ, ਕੋਈ ਪੈਸੇ ਦਾ ਕੋਈ ਲਾਲਚ ਹੀ ਨਹੀਂ ਹੁੰਦਾ। ਹੁਣ ਮਰਾ ਬੰਦਾ ਕੋਈ ਜਿਹੜਾ ਹੈ ਉਹ ਹੰਕਾਰ ਕਰੇਗਾ ਕੋਈ। ਜੀਵਤਿਆ ਮਰਨ ਦਾ ਅਰਥ ਹੈ ਕਿ ਜਿਉਂਦੇ ਜੀ ਅਹੰਕਾਰ ਤੋਂ ਮੁਕਤ ਹੋ ਜਾਣਾ, ਜਿਉਂਦੇ ਜੀ ਉਸਤਤ ਨਿੰਦਾ ਤੋਂ ਮੁਕਤ ਹੋ ਜਾਣਾ, ਜਿਉਂਦੇ ਜੀ ਹਰਕ ਸੋਗ ਤੋਂ ਮੁਕਤ ਹੋ ਜਾਣਾ, ਜਿਉਂਦੇ ਜੀ ਮਾਨ ਅਪਮਾਨ ਤੋਂ ਰਹਿਤ ਹੋ ਜਾਣਾ। ਇਹ ਹੈ ਜਿਉਂਦੇ ਮਰਨਾ, ਲੋਕ ਲਾਜ ਤੋਂ ਮੁਕਤ ਹੋ ਜਾਣਾ। ਮੁਰਦੇ ਨੂੰ ਕੋਈ ਲੋਕ ਲਾਜ ਨਹੀਂ ਹੁੰਦੀ, ਕੋਈ ਹੰਕਾਰ ਨਹੀਂ, ਕੋਈ ਆਪਣਤ ਨਹੀਂ, ਕੋਈ ਬਗਾਨਾ ਨਹੀਂ, ਕੋਈ ਐਕਸ਼ਨ ਨਹੀਂ। ਉਹ ਤੇ ਜਿੱਥੇ ਹੈ ਉੱਥੇ ਪਿਆ ਹੋਇਆ। ਜਿਉਂਦੇ ਮਰਨਾ ਔਖਾ ਹੈ। ਦੇਖੋ ਦੂਜੀ ਮੌਤ ਤੇ ਵਾਹਿਗੁਰੂ ਦੇ ਭਾਣੇ 'ਚ ਹੋ ਹੀ ਜਾਂਦੀ ਹੈ, ਮੰਨੇ ਕੋਈ ਨਾ ਮੰਨੇ, ਉਹ ਤੇ ਮਰਨੀ ਪੈਂਦੀ ਹੈ। ਜਿਉਂਦੇ ਮਰਨਾ ਔਖਾ ਹੈ। ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਸੀ, ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨਾ ਹੀ ਤੇ ਪਾਈਐ ਪੂਰਨ ਪਰਮਾਨੰਦ। ਬੰਦਾ ਮਨ ਦੀ ਮਤ ਵੱਲੋਂ ਨਹੀਂ ਮਰਨਾ ਚਾਹੁੰਦਾ। ਬੰਦਾ ਆਪਣੇ ਮਨ ਦੀਆਂ ਸਿਆਣਪਾਂ, ਚਤਰਾਈਆਂ, ਚਲਾਕੀਆਂ ਨਹੀਂ ਛੱਡਣਾ ਚਾਹੁੰਦਾ। ਪਰ ਭਗਤ ਜੀ ਕਹਿੰਦੇ ਮੈਨੂੰ ਬੜੀ ਖੁਸ਼ੀ ਮਿਲਦੀ ਹੈ ਇਹ ਕੁਝ ਸਮਝ ਕੇ, ਕਿਉਂਕਿ ਇਹ ਮਨ ਦੀ ਮਤ ਵੱਲੋਂ ਮਰਨ ਤੋਂ ਬਾਅਦ ਹੀ ਤੇ ਪਰਮ ਆਨੰਦ ਮਿਲਦਾ ਹੈ। ਮੈਨੂੰ ਉਹ ਪਰਮ ਆਨੰਦ ਮਿਲੇਗਾ। ਸਾਹਿਬ ਕਹਿੰਦੇ ਨੇ ਕਿ ਜਦੋਂ ਗੁਰੂ ਦੀ ਮਿਹਰ ਹੋ ਜਾਏ, ਇਹੀ ਬੰਦਾ ਜਿਹੜਾ ਮਾਇਆ ਦੇ ਅਧੀਨ, ਮਾਇਆ ਦੇ ਰੰਗਾਂ 'ਚ ਫਿਰ ਰਿਹਾ ਹੈ, ਫਿਰ ਇਹ ਵਾਹਿਗੁਰੂ ਜੀ ਦੇ ਰੰਗ 'ਚ ਆ ਜਾਂਦਾ। ਫਿਰ ਉਹ ਜਿਉਂਦੇ ਜੀ ਜਿਵੇਂ ਮੁਰਦਾ ਹੁੰਦਾ, ਭਾਵ ਕਿ ਮਾਨ ਅਪਮਾਨ, ਉਸਤ ਨਿੰਦਾ, ਹਰਕ ਸੋਗ, ਦੁੱਖ ਸੁੱਖ ਤੋਂ ਰਹਿਤ ਹੋ ਜਾਂਦਾ ਹੈ, ਸੁਖੀ ਜੀਵਨ ਬਤੀਤ ਕਰਦਾ ਹੈ। ਨਿਰੰਕਾਰ ਆਕਾਰ ਹੈ ਆਪੇ, ਆਪੇ ਭਰਮ ਭੁਲਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਆ ਜਿਹੜਾ ਵਾਹਿਗੁਰੂ ਜੀ ਨਿਰੰਕਾਰ, ਨਿਰੰਕਾਰ ਦਾ ਅਰਥ ਕਿ ਜਿਹਦਾ ਆਕਾਰ ਹੀ ਕੋਈ ਨਹੀਂ ਹੈ, ਕੋਈ ਉਹਦਾ ਰੂਪ ਨਹੀਂ, ਰੰਗ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਜਾਤ ਨਹੀਂ, ਪਾਤ ਨਹੀਂ। ਉਹ ਜਿਹੜਾ ਨਿਰਗੁਣ ਸਰੂਪ ਨਿਰੰਕਾਰ ਪਰਮ ਪਿਤਾ ਪ੍ਰਮਾਤਮਾ ਹੈ, ਆਕਾਰ ਹੈ ਆਪੇ। ਆ ਸਾਰਾ ਸੰਸਾਰ ਵੀ ਉਹ ਆਪ ਹੀ ਹੈ, ਸਾਰੇ ਸੰਸਾਰ 'ਚ ਵੀ ਉਹ ਆਪ ਹੀ ਰਮਿਆ ਹੋਇਆ ਹੈ। ਨਿਰਗੁਣ ਸਰਗੁਣ ਏਕ ਪ੍ਰਭ, ਦੂਸਰ ਨਾ ਹੀ ਕੋਈ। ਨਿਰਗੁਣ ਸਰਗੁਣ ਸਾਰੇ ਥਾਵਾਂ ਤੇ ਉਹ ਆਪ ਹੈ। ਆਪੇ ਭਰਮ ਭੁਲਾਏ। ਨਿਰੰਕਾਰ ਵੀ ਉਹ ਆਪ ਹੈ, ਸੰਸਾਰ ਵਿੱਚ ਵੀ ਉਹ ਆਪ ਹੈ, ਤੇ ਸੰਸਾਰ ਦੇ ਜੀਵਾਂ ਨੂੰ ਭਟਕਣ ਦੇ ਲਈ ਭਰਮ ਭੁਲੇਖੇ ਵੀ ਉਹਦੇ ਹੀ ਪੈਦਾ ਕੀਤੇ ਨੇ, ਮਾਇਆ ਵੀ ਉਹਦੀ ਹੀ ਪੈਦਾ ਕੀਤੀ ਹੈ। ਖੇਡ ਹੁੰਦੀ ਨਾ, ਖੇਡ ਦੇ ਵਿੱਚ ਫੌਲ ਵੀ ਹੁੰਦੇ ਨੇ, ਗਲਤੀਆਂ ਵੀ ਹੁੰਦੀਆਂ ਨੇ। ਉਹ ਕਾਨੂੰਨ ਬਣੇ ਨੇ ਤੇ ਗਲਤੀਆਂ ਵੀ ਹੋਣਗੀਆਂ। ਇਸੇ ਤਰੀਕੇ ਨਾਲ ਇਹ ਜੋ ਮਾਇਆ ਬਣਾਈ ਹੈ, ਇਹਦੇ 'ਚ ਭਰਮ, ਉਹ ਮਾਇਆ ਔਗਣ ਪੈਦਾ, ਇਹ ਵੀ ਰੱਬ ਦੇ ਹੀ ਬਣਾਏ ਹੋਏ ਨੇ। ਆਪੇ ਭਰਮ ਭੁਲਾਏ। ਉਹ ਵਾਹਿਗੁਰੂ ਆਪ ਹੀ ਕਹਿ ਲਓ ਕਿ ਜੀਵਾਂ ਨੂੰ ਭਰਮਾਂ 'ਚ ਪਾਉਂਦਾ ਹੈ, ਭਰਮਾਂ ਜੀ ਪੈ ਜਾਂਦਾ ਹੈ।
ਕਰ ਕਰ ਕਰਤਾ ਆਪੇ ਵੇਖੈ, ਜਿਤ ਭਾਵੈ ਤਿਤ ਲਾਏ। ਵਾਹਿਗੁਰੂ ਜੀ ਜਗਤ ਨੂੰ ਬਣਾ ਕੇ ਨਾ ਫਿਰ ਆਪ ਵੇਖ ਰਿਹਾ। ਇਹ ਨਹੀਂ ਕਿ ਉਹ ਜਾਣਦਾ ਹੀ ਨਹੀਂ ਦੁਨੀਆ ਦੇ ਬਾਰੇ। ਗੁਰਬਾਣੀ ਕਹਿੰਦੀ ਹੈ ਕਿ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ। ਵਡੋ ਵਡਾ ਵੱਡ ਮੇਦਨੀ ਸਿਰੈ ਸਿਰ ਧੰਦੇ ਲਾਏਂਦਾ। ਸਾਰੀ ਦੁਨੀਆ ਪਰਮਾਤਮਾ ਦੇ ਧਿਆਨ ਵਿੱਚ ਹੈ। ਭਾਵ ਕਿ ਸਾਰਾ ਸੰਸਾਰ ਜਿਹੜਾ ਹੁਕਮ ਵਿੱਚ ਹੈ, ਕਿਸੇ ਸਿਸਟਮ ਵਿੱਚ ਹੈ, ਆਪ ਹੁਦਰਾ ਪਾਣੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਪਰਮਾਤਮਾ ਜਗਤ ਨੂੰ ਕਰਕੇ ਫਿਰ ਇਹਨਾਂ ਨੂੰ ਦੇਖਦਾ ਹੈ। ਜਿੱਧਰ ਨੂੰ ਜੀ ਕਰਦਾ ਉਧਰ ਜੀਵਾਂ ਨੂੰ ਲਾਇਆ ਹੋਇਆ ਹੈ। ਸੇਵਕ ਕਉ ਏਹਾ ਵਡਿਆਈ, ਜਾਂ ਕੋ ਹੁਕਮ ਮਨਾਏ। ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਸੇਵਕ ਨੇ, ਜਿਨ੍ਹਾਂ ਨੂੰ ਜਨ ਕੇ ਹੈ, ਉਹਨਾਂ ਨੂੰ ਇਹ ਵਡਿਆਈ, ਉਹਨਾਂ ਦੀ ਵਿਲੱਖਣਤਾ ਕੀ ਹੈ ਜਾਂ ਉਹਨਾਂ ਦੀ ਮਹਿਮਾ ਕੀ ਹੈ, ਉਹਨਾਂ ਨੂੰ ਰੱਬ ਕੀ ਬਖਸ਼ਿਸ਼ ਕਰਦਾ ਹੈ। ਉਹ ਵਡਿਆਈ ਇਹ ਹੈ ਕਿ ਰੱਬ ਦੇ ਪਿਆਰੇ ਰੱਬੀ ਹੁਕਮ ਨੂੰ ਸਮਝ ਲੈਂਦੇ ਨੇ, ਇਸ ਖੇਡ ਨੂੰ ਸਮਝ ਲੈਂਦੇ ਨੇ। ਦੇਖੋ, ਕਠਪੁਤਲੀਆਂ ਦਾ ਨਾਚ ਹੁੰਦਾ ਸੀ, ਅੱਜ ਕੱਲ੍ਹ ਮੂਵੀਆਂ ਆ ਗਈਆਂ, ਫਿਲਮਾਂ ਆ ਗਈਆਂ ਨੇ। ਹੁਣ ਫਿਲਮਾਂ ਹੈ ਤੇ ਇੱਕ ਖੇਡ ਹੀ ਹੈ, ਲੇਕਿਨ ਜਿਸ ਬੰਦੇ ਨੂੰ ਨਹੀਂ ਪਤਾ ਉਹ ਬੜਾ ਭਾਵੁਕ ਹੁੰਦਾ ਹੈ, ਉਹਦੇ ਉੱਪਰ ਬੜਾ ਪ੍ਰਭਾਵ ਪੈਂਦਾ ਹੈ। ਤੇ ਹੁਣ ਜਿਹੜੇ ਫਿਲਮਾਂ ਵਾਲਿਆਂ ਨੂੰ ਜਾਣਦੇ ਨੇ ਜਾਂ ਫਿਲਮ ਉਹ ਖੇਡ ਜਿਹੜੀ ਖੇਡੀ ਜਾਂਦੀ, ਜਿਨ੍ਹਾਂ ਨੇ ਦੇਖੀ, ਉਹਨਾਂ ਦੇ ਕੋਈ ਬਹੁਤਾ ਅਸਰ ਨਹੀਂ ਪੈਂਦਾ। ਉਹਨਾਂ ਨੂੰ ਪਤਾ ਕਿ ਇਹ ਤੇ ਖੇਡ ਹੀ ਹੈ ਇੱਕ। ਇਸੇ ਤਰੀਕੇ ਦੇ ਨਾਲ ਜਿਹੜੇ ਵਾਹਿਗੁਰੂ ਜੀ ਦੇ ਰੰਗ 'ਚ ਜੁੜ ਜਾਂਦੇ ਨੇ, ਉਹਨਾਂ ਨੂੰ ਪਤਾ ਹੈ ਕਿ ਤੇ ਪ੍ਰਮਾਤਮਾ ਦੀ ਮੌਜ ਹੀ ਹੈ। ਇਹ ਜੋ ਕੁਝ ਵੀ ਬਣਾਇਆ ਹੈ ਇਹ ਤੇ ਪ੍ਰਮਾਤਮਾ ਦੀ ਖੇਡ ਹੈ। ਇਸ ਕਰਕੇ ਸੇਵਕ ਜਨ ਨੂੰ ਇਹੀ ਵੱਡੀ ਵਡਿਆਈ ਪ੍ਰਾਪਤ ਹੁੰਦੀ ਹੈ ਕਿ ਉਹ ਵਾਹਿਗੁਰੂ ਜੀ ਦੇ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰ ਲੈਂਦਾ। ਉਹ ਸਮਝ ਲੈਂਦਾ ਹੈ ਕਿ ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਕਿ ਪ੍ਰਮਾਤਮਾ ਨੇ ਇਹ ਜੰਮਣ ਮਰਨ ਦੀ ਇੱਕ ਖੇਡ ਬਣਾਈ ਹੋਈ ਹੈ। ਨੈ ਕਿਸ ਜਨਮੇ ਨੈ ਕਿਸ ਮਰੈ, ਆਪਨ ਚਲਤ ਆਪ ਹੀ ਕਰੈ। ਔਰ ਉਹ ਸਮਝ ਲੈਂਦਾ ਕਿ ਇਹ ਤੇ ਰੱਬ ਦਾ ਚੋਜ ਹੈ, ਜਬਨ ਦਾ ਮਰਦਾ ਕੁਝ ਨਹੀਂ ਹੈ। ਪਰ ਇਸ ਗੱਲ ਦਾ ਪਤਾ ਵਡਿਆਈ ਕਿਹਨੂੰ ਮਿਲਦੀ ਹੈ? ਜਿਹੜਾ ਵਾਹਿਗੁਰੂ ਦਾ ਸੇਵਕ ਹੁੰਦਾ ਹੈ, ਰੱਬ ਦਾ ਪਿਆਰਾ ਹੁੰਦਾ ਹੈ। ਆਪਣਾ ਭਾਣਾ ਆਪੇ ਜਾਣੈ, ਗੁਰ ਕਿਰਪਾ ਤੇ ਲਹੀਐ। ਸਤਿਗੁਰੂ ਜੀ ਕਹਿੰਦੇ ਕਿ ਵਾਹਿਗੁਰੂ ਜੀਵਾਂ 'ਚ ਬੈਠ ਕੇ ਆਪਣੇ ਭਾਣੇ ਨੂੰ ਆਪ ਹੀ ਜਾਣਦਾ ਹੈ। ਭਾਵ ਜਿਹੜੇ ਜਾਣ ਗਏ ਨੇ ਵਾਹਿਗੁਰੂ ਜੀ ਦੇ ਭਾਣੇ ਨੂੰ, ਉਹਨਾਂ 'ਚ ਵੀ ਪ੍ਰਮਾਤਮਾ ਬੈਠਾ ਹੋਇਆ ਹੈ। ਉਹਨਾਂ ਨੇ ਗੁਰੂ ਦੇ ਰਾਹੀਂ ਇਸ ਭਾਣੇ ਨੂੰ ਸਮਝ ਲਿਆ। ਇਹ ਸ਼ਗਤ ਸਿਵੈ ਘਰ ਆਵੈ, ਜੀਵਤਿਆਂ ਮਰ ਰਹੀ ਹੈ। ਬਸ ਉਹਨਾਂ ਨੂੰ ਇਹੀ ਵਡਿਆਈ ਮਿਲਦੀ ਹੈ ਜਿਹੜੇ ਭਾਣੇ ਨੂੰ ਸਮਝਦੇ ਨੇ ਕਿ ਉਹ ਮਾਇਆ ਵੱਲੋਂ ਹਟ ਕੇ ਵਾਹਿਗੁਰੂ ਜੀ ਦੇ ਪਿਆਰ ਜੁੜ ਜਾਂਦੇ ਨੇ, ਜਿਉਂਦੇ ਜਿਵੇਂ ਵਿਚਰਦੇ ਨੇ। ਜਿਵੇਂ ਕਿ ਉਹ ਮਰੇ ਹੋਣ ਦਾ ਅਰਥ ਹੈ ਕਿ ਮੋਹ ਮਾਇਆ ਮਾਨ ਉਸ ਤੋਂ ਨਿੰਦਾ ਤੋਂ ਮੁਕਤ ਹੋ ਜਾਂਦੇ ਨੇ। ਰਹਾਉ ਵੇਦ ਪੜੈ ਪੜਵਾਦ ਵਖਾਣੈ, ਬ੍ਰਹਮਾ ਵਿਸ਼ਨ ਮਹੇਸ਼ਾ। ਇੱਕ ਤੇ ਰੱਬ ਦੇ ਸੇਵਕ ਨੇ ਜਿਨ੍ਹਾਂ ਨੂੰ ਰੱਬੀ ਰਜ਼ਾ ਦਾ ਪਤਾ ਲੱਗ ਗਿਆ। ਪਰ ਕੁਝ ਉਹ ਲੋਕ ਨੇ ਜਿਹੜੇ ਧਰਮ ਦੀ ਦੁਨੀਆ 'ਚ ਕਰਮ ਬਹੁਤ ਕਰਦੇ ਨੇ। ਵੇਦ ਪੜ੍ਹੇ ਪੜ੍ਹ ਵਾਦ ਵਖਾਣੇ, ਧਰਮ ਗ੍ਰੰਥਾਂ ਨੂੰ ਪੜ੍ਹਦੇ ਨੇ। ਦੇਖੋ, ਧਰਮ ਗ੍ਰੰਥ ਪੜ੍ਹ ਕੇ ਵਿਚਾਰ ਕੇ ਉਸ ਅਨੁਸਾਰ ਜ਼ਿੰਦਗੀ ਜਿਉਣ ਲਈ ਨੇ। ਧਰਮ ਗ੍ਰੰਥ ਮਨੁੱਖ ਨੂੰ ਗਿਆਨ ਦਿੰਦੇ ਨੇ। ਔਰ ਗੁਰਬਾਣੀ ਨੇ ਵਾਰ-ਵਾਰ ਧਰਮ ਗ੍ਰੰਥ ਪੜ੍ਹਨ ਦੀ ਗੱਲ ਕਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਕਿ ਪੋਥੀ ਪੁਰਾਣ ਕਮਾਈਐ, ਪਉ ਵੱਟੀ ਇਤ ਤਨ ਪਾਈਐ, ਸੱਚ ਬੁੱਝਣ ਆਣ ਜਲਾਈਐ। ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤਉ ਮਿਲੈ। ਮੰਨਿਆ, ਧਰਮ ਗ੍ਰੰਥਾਂ ਨੂੰ ਪੜ੍ਹ ਕੇ ਨਾ ਇਹਨਾਂ ਦੀ ਕਮਾਈ ਕਰ। ਤੇਰੇ ਅੰਦਰ ਇੱਕ ਦੀਵਾ ਜਗ ਜਾਏਗਾ ਗਿਆਨ ਦਾ। ਜਦੋਂ ਤੇਰੇ ਅੰਦਰ ਗਿਆਨ ਹੋ ਗਿਆ, ਪਰਮਾਤਮਾ ਮਿਲ ਜਾਏਗਾ। ਅੰਦਰ ਸੋਝੀ ਹੋ ਗਈ, ਜਦੋਂ ਅੰਦਰੋਂ ਸੋਝੀ ਦੇ ਨਾਲ ਹੀ ਰੱਬ ਨਾਲ ਸਾਂਝ ਬਣਨੀ ਹੈ। ਰੱਬ ਕਿਤੇ ਹੱਠ ਨਾਲ ਨਹੀਂ ਮਿਲਣਾ ਕਿ ਅਸੀਂ ਇੰਨੇ ਪਾਠ ਕਰ ਲਾਂਗੇ ਰੱਬ ਮਿਲ ਜਾਏਗਾ, ਇੰਨੇ ਜਪ ਕਰ ਲਾਂਗੇ, ਤਪ ਕਰ ਲਾਂਗੇ ਜਾਂ ਭੁੱਖੇ ਰਹਿ ਲਾਂਗੇ ਰੱਬ ਮਿਲ ਜਾਏਗਾ। ਗੁਰਬਾਣੀ ਕਹਿੰਦੀ ਨਹੀਂ, ਪਰਮਾਤਮਾ ਨੂੰ ਮਿਲਣ ਦਾ ਤਰੀਕਾ ਕਿ ਅੰਦਰੋਂ ਗਿਆਨਵਾਨ ਹੋਵੇ ਬੰਦਾ। ਕੇਵਲ ਪਰਮਾਤਮਾ ਦੀ ਗੱਲ ਨਹੀਂ ਹੈ, ਦੁਨੀਆ ਦਾ ਕੋਈ ਵੀ ਕੰਮ ਹੈ। ਤੁਸੀਂ ਡਾਕਟਰ ਬਣਨਾ ਹੈ, ਥੋੜਾ ਕਹੋ ਜੇ ਇਹਦੇ ਨਾਲ ਭੁੱਖੇ ਰਹਿ ਜਾਓ ਡਾਕਟਰ ਬਣ ਜਾਓਗੇ। ਉਹਦੇ ਲਈ ਤਾਂ ਗਿਆਨ ਦੀ ਲੋੜ ਹੈ, ਉਹਦੇ ਲਈ ਮਿਹਨਤ ਕਰਨੀ ਪਏਗੀ। ਅੰਦਰੋਂ ਹੀ
ਕਿਤਾਬਾਂ ਡਾਕਟਰ ਨਹੀਂ ਬਣਾਉਂਦੀਆਂ ਬੰਦੇ ਨੂੰ, ਉਹ ਕਿਤਾਬਾਂ ਨੂੰ ਸਮਝ ਕੇ ਮਨੁੱਖ ਦੇ ਅੰਦਰੋਂ ਉਹ ਗਿਆਨ ਪੈਦਾ ਹੁੰਦਾ ਤਾਂ ਡਾਕਟਰ ਬਣਦਾ। ਇਸ ਕਰਕੇ ਦੁਨੀਆ ਦਾ ਕੋਈ ਵੀ ਕੰਮ ਹੈ ਉਹ 'ਚ ਅਸੀਂ ਕਾਮਯਾਬ ਹੋਣਾ ਹੈ, ਉਹਦੇ ਲਈ ਅੰਦਰੋਂ ਗਿਆਨ ਦੀ ਲੋੜ ਹੈ, ਅੰਦਰੋਂ ਜਾਗਣ ਦੀ ਲੋੜ ਹੈ। ਸਤਿਗੁਰੂ ਜੀ ਕਹਿੰਦੇ ਬੰਦਾ ਧਰਮ ਗ੍ਰੰਥਾਂ ਨੂੰ ਪੜ੍ਹਦਾ, ਜਦੋਂ ਅੰਦਰ ਗਿਆਨ ਹੋ ਜਾਏਗਾ ਨਾ ਧਰਮ ਗ੍ਰੰਥਾਂ ਦੇ ਰਾਹੀਂ, ਫਿਰ ਜਿਹੜਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਨੂੰ ਪ੍ਰਮਾਤਮਾ ਮਿਲ ਪਏਗਾ। ਨਹੀਂ ਤਾਂ ਵੇਦ ਪੜ੍ਹੇ ਪੜਵਾਦ ਵਖਾਣੇ, ਬ੍ਰਹਮਾ ਵਿਸ਼ਨ ਮਹੇਸ਼ਾ। ਜ਼ਿਆਦਾਤਰ ਕੀ ਹੁੰਦਾ ਹੈ, ਬੰਦਾ ਧਰਮ ਗ੍ਰੰਥ ਪੜ੍ਹਦਾ, ਧਰਮ ਗ੍ਰੰਥਾਂ ਨੂੰ ਪੜ੍ਹ ਕੇ ਨਾ ਬੰਦਾ ਬੜਾ ਆਪਣੇ ਆਪ ਨੂੰ ਧਾਰਮਿਕ ਸਮਝਣ ਲੱਗ ਪੈਂਦਾ। ਧਰਮ ਗ੍ਰੰਥਾਂ ਦੀਆਂ ਕੁਝ ਗੱਲਾਂ ਚੇਤੇ ਆ ਗਈਆਂ, ਉਹਨਾਂ ਨੂੰ ਸਮਝ ਕੇ ਉਹ ਸੋਚਦਾ ਕਿ ਮੈਂ ਹੁਣ ਮਹਾਨ ਬਣ ਗਿਆ ਦੂਜਿਆਂ ਨਾਲੋਂ, ਉਹ 'ਚ ਹੰਕਾਰ ਆ ਜਾਂਦਾ ਹੈ। ਉਹ ਫਿਰ ਧਰਮ ਗ੍ਰੰਥਾਂ ਨੂੰ ਪੜ੍ਹਦਿਆਂ ਧਾਰਮਿਕ ਬਣਨ ਦੀ ਬਜਾਏ ਹੰਕਾਰੀ ਬਣਨਾ ਸ਼ੁਰੂ ਹੋ ਜਾਂਦਾ। ਸੰਸਾਰੀ ਲੋਕਾਂ ਦੇ ਝਗੜੇ ਹੋਣ, ਵਾਦ-ਵਾਦ ਹੋਣ, ਹੋਣੇ ਨਹੀਂ ਚਾਹੀਦੇ ਪਰ ਹੈਗੇ ਨੇ। ਪਰ ਧਾਰਮਿਕ ਲੋਕਾਂ ਦੇ ਝਗੜੇ ਕਿਉਂ ਨੇ, ਜਿਹੜੇ ਕਹਿੰਦੇ ਅਸੀਂ ਬਹੁਤ ਧਰਮ ਗ੍ਰੰਥ ਪੜ੍ਹਦੇ ਹਾਂ? ਉਹਦਾ ਕਾਰਨ ਇਹ ਹੈ ਕਿ ਉਹਨਾਂ ਧਰਮ ਗ੍ਰੰਥ ਪੜ੍ਹੇ ਹੀ ਨੇ, ਸਮਝੇ ਨਹੀਂ ਹੈ। ਉਹ ਤੇ ਬਾਬਾ ਕਬੀਰ ਸਾਹਿਬ ਜੀ ਦਾ ਬਚਨ ਹੈ ਕਿ ਕਾਹੇ ਕੀ ਕੁਸ਼ਲਾਤ ਹਾਥ ਦੀਪ ਕੂਏ ਪਰੈ। ਹੱਥ ਵਿੱਚ ਦੀਵਾ ਲੈ ਕੇ ਖੂਹ 'ਚ ਡਿੱਗਣ ਵਾਲੀ ਗੱਲ ਹੈ। ਧਰਮ ਗ੍ਰੰਥ ਪੜ੍ਹ ਕੇ ਧਰਮ ਗ੍ਰੰਥਾਂ ਦਾ ਹੰਕਾਰ, ਫਿਰ ਹੰਕਾਰ 'ਚ ਬੰਦਾ ਕਿਸੇ ਨੂੰ ਮਾੜਾ ਕਿਸੇ ਨੂੰ ਚੰਗਾ ਸਮਝਦਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਵੇਦ ਪੜ੍ਹੈ ਪੜਵਾਦ ਵਖਾਣੇ। ਬਹੁਤ ਲੋਕ ਧਰਮ ਗ੍ਰੰਥਾਂ ਨੂੰ ਪੜ੍ਹਦੇ, ਵੇਦਾਂ ਨੂੰ ਪੜ੍ਹਦੇ ਨੇ, ਪੜ੍ਹ ਪੜ੍ਹ ਕੇ ਫਿਰ ਵਾਦ-ਵਾਦ 'ਚ ਪੈ ਜਾਂਦੇ, ਝਗੜਿਆਂ 'ਚ ਪੈ ਜਾਂਦੇ ਨੇ। ਧਾਰਮਿਕ ਲੋਕ ਆਪਸੀ ਗਿਆਨ ਕਰਕੇ ਹੀ ਧਰਮ ਗ੍ਰੰਥਾਂ ਦੀ ਖਾਤਰ ਹੀ ਲੜੀ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਬ੍ਰਹਮਾ ਵਿਸ਼ਨ ਮਹੇਸ਼ਾ। ਜਿੱਥੇ ਉਹ ਵਾਦ-ਵਾਦ ਕਰਦੇ ਨੇ ਧਰਮ ਗ੍ਰੰਥਾਂ ਨੂੰ ਜਾਂ ਵੇਦਾਂ ਨੂੰ ਪੜ੍ਹਨ ਵਾਲੇ, ਫਿਰ ਉਹ ਤੱਤ ਨਾਲ ਨਹੀਂ ਜੁੜਦੇ। ਉਹ ਫਿਰ ਕੀ ਹੁੰਦਾ, ਕੋਈ ਬ੍ਰਹਮਾ ਦੀ ਪੂਜਾ, ਕੋਈ ਵਿਸ਼ਨੂੰ ਦੀ, ਕੋਈ ਮਹੇਸ਼ ਦੀ, ਕੋਈ ਹੋਰ ਦੇਵਤਿਆਂ ਦੀ। ਹੁਣ ਦੇਵਤਿਆਂ ਤੋਂ ਹਟ ਕੇ ਬੰਦਿਆਂ ਦੀ ਪੂਜਾ ਕਰਨ ਲੱਗ ਪਿਆ। ਅੱਜ ਦੇ ਸਮੇਂ ਤੇ ਲੋਕਾਂ ਨੇ ਆਪਣੇ ਆਪਣੇ ਰੱਬ ਬਣਾਏ ਹੋਏ ਨੇ। ਲੇਬਲ ਧਰਮ ਦਾ ਹੀ ਹੈ। ਸਾਡੇ ਆਲੇ ਦੁਆਲੇ ਬਹੁਤ ਨੇ ਜਿਹੜੇ ਕਹਿੰਦੇ ਅਸੀਂ ਬੜਾ ਰੱਬ ਨੂੰ ਮੰਨਦੇ ਤੇ ਮੱਥੇ ਬੰਦਿਆਂ ਨੂੰ ਟੇਕੀ ਜਾਂਦੇ ਨੇ। ਹੁਣ ਜੇ ਰੱਬ ਨੂੰ ਮੰਨਦੇ ਤੇ ਬੰਦਿਆਂ ਅੱਗੇ ਝੁਕਣ ਦੀ ਕੀ ਲੋੜ ਹੈ ਜੀ? ਸਾਨੂੰ ਤੇ ਸਾਡੇ ਸਤਿਗੁਰੂ ਜੀ ਨੇ ਕਿਤੇ ਨਹੀਂ ਕਿਹਾ ਬੰਦਿਆਂ ਅੱਗੇ ਝੁਕੋ। ਗੁਰਬਾਣੀ ਤੇ ਕਹਿੰਦੀ ਹੈ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਬੰਦਨਾ ਪ੍ਰਮਾਤਮਾ ਨੂੰ ਕਰੋ, ਗੁਣ ਪ੍ਰਮਾਤਮਾ ਦੇ ਗਾਓ। ਜਿਹਨੇ ਤੁਹਾਨੂੰ ਗਿਆਨ ਦਿੱਤਾ ਉਹ ਸਤਿਕਾਰਯੋਗ ਹੈ, ਪਰ ਸਤਿਕਾਰਯੋਗ ਦਾ ਅਰਥ ਨਹੀਂ ਕਿ ਉਹਨੂੰ ਹੀ ਤੁਸੀਂ ਰੱਬ ਸਮਝੀ ਜਾਓ। ਦੇਖੋ ਗੁਰੂ ਸਾਹਿਬ ਜੀ ਨੇ ਸਾਨੂੰ ਗਿਆਨ ਦਿੱਤਾ ਹੈ, ਏਡਾ ਵੱਡਾ ਗਿਆਨ। ਕਿੰਨੀ ਮਹਾਨ ਗੱਲ ਹੈ। ਤੁਸੀਂ ਦੁਨੀਆ ਦੇ ਵੱਡੇ ਵੱਡੇ ਜਿਹੜੇ ਲੋਕ ਮਹਾਨ ਲੋਕ ਹੋਏ ਨੇ, ਮਹਾਨ ਲੋਕ, ਤੁਸੀਂ ਵੇਖੋ ਧਿਆਨ ਦੇ ਨਾਲ ਕਿ ਉਹਨਾਂ ਨੇ ਮਨੁੱਖਤਾ ਲਈ ਬਹੁਤ ਕੁਝ ਕੀਤਾ, ਬਹੁਤ ਕੁਝ, ਲੇਕਿਨ ਆਪਣਾ ਉਹਨਾਂ ਨੇ ਕੋਈ ਨਾਂ ਨਹੀਂ ਰੱਖਿਆ। ਪਰਮਾਤਮਾ ਨੇ ਸੰਸਾਰ ਬਣਾਇਆ, ਕਿਤੇ ਆਪਣਾ ਨਾਂ ਨਹੀਂ ਲਿਖਿਆ। ਸੂਰਜ ਤੇ ਨਾਂ ਨਹੀਂ ਲਿਖਿਆ, ਹਵਾ ਤੇ ਨਾਂ ਨਹੀਂ ਲਿਖਿਆ, ਧਰਤੀ ਤੇ ਕਿਤੇ ਨਾਂ ਨਹੀਂ ਲਿਖਿਆ, ਕਿਸੇ ਪਹਾੜ ਤੇ, ਸਮੁੰਦਰ ਤੇ, ਕਿਸੇ ਫੁੱਲ ਤੇ ਰੱਬ ਨੇ ਨਾਂ ਆਪਣਾ ਲਿਖਿਆ? ਕਿਤੇ ਨਹੀਂ ਲਿਖਿਆ ਹੋਇਆ। ਇਵੇਂ ਜਿਹੜੇ ਰੱਬ ਦੀ ਰਜ਼ਾ 'ਚ ਮਹਾਨ ਲੋਕ ਹੁੰਦੇ ਨੇ, ਵੱਡੇ ਵੱਡੇ ਸਾਇੰਸਦਾਨ ਤੁਸੀਂ ਦੇਖ ਲਓ, ਉਹ ਮਨੁੱਖਤਾ ਦੇ ਸੁੱਖਾਂ ਦੀ ਖਾਤਰ ਬੜੀਆਂ ਕਾਢਾਂ ਕੱਢਦੇ ਨੇ, ਪਰ ਦੁਨੀਆ ਵਰਤਦੀ ਹੈ ਤੇ ਲੋਕਾਂ ਨੂੰ ਪਤਾ ਹੀ ਨਹੀਂ ਉਹਨਾਂ ਦੇ ਨਾਂ ਦਾ। ਟੈਲੀਫੋਨ ਕਿਹਨੇ ਬਣਾਇਆ ਲੋਕਾਂ ਨੂੰ ਥੋੜ੍ਹਾ ਪਤਾ, ਦੁਨੀਆ ਵਰਤਦੀ ਹੈ। ਹੋਰ ਬੜੀਆਂ ਚੀਜ਼ਾਂ ਨੇ, ਟੈਲੀਵਿਜ਼ਨ ਹੈ, ਟੈਲੀਫੋਨ ਹੈ, ਸਾਡੀ ਨਿੱਤ ਵਰਤੋਂ ਦੀਆਂ ਚੀਜ਼ਾਂ ਨੇ, ਲੋਕਾਂ ਨੂੰ ਪਤਾ ਹੀ ਨਹੀਂ ਹੈ। ਉਹਨਾਂ ਨੇ ਆਪਣਾ ਨਾਂ ਹੀ ਨਹੀਂ ਕਿਤੇ ਲਿਖਿਆ। ਵੱਡੀ ਮਹਾਨ ਗੱਲ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਰਹਿਬਰ ਮੰਨਦੇ ਹਾਂ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹੋ ਤੁਸੀਂ। ਕਿਤੇ ਗੁਰੂ ਅਰਜਨ ਦੇਵ ਜੀ ਨੇ ਆਪਣਾ ਨਾਂ ਨਹੀਂ ਲਿਖਿਆ ਕਿ ਮੈਂ ਗ੍ਰੰਥ ਲਿਖਿਆ, ਕਿਤੇ ਨਹੀਂ ਲਿਖਿਆ ਮਿਲੇਗਾ ਤੁਹਾਨੂੰ। अब बाजार जाओ ना, वो किताबां लिखते हैं साडे लोकी, अपने सारे टब्बर दे गुण गाई जाणगे, अपने संग जिन्हां ने 50-50 रुपये दिते उन्हां दे भी गुण गाई जाणगे। हैरानी दी गल है, कीता कुछ नहीं ते ना पहला लिख दिंदे ने। ਜਿਹੜੇ महान लोग ने, महान जिन्हां नूं आपां वड्डे कह सकते हैं, ये वड्डियां दी गल नहीं जिथे नाम लेना, वो वड्डापन कोई नहीं है। वो बड़ा ऐ लपेट के लफ्ज़ां च लिखणगे अपने आप नूं वड्डियां जणाउण दे लई, ये कोई वड्डापन नहीं है। वड्डापन ये है
परमात्मा ने जगत बनाया पर अपना अपना ना ही किते आप लुका लिया अपने आप। गुरु साहिबान ने इन्नी महान दात जगत नूं दित्ती पर अपने आप नूं लुका लिया किते अपना। कोई इन्ना तस्वीर लाई है, तुसीं किताबां ते पूरे परिवार दीयां तस्वीरां देख लो जिहड़ियां बाजार च मिलदियां ने। गुरु अर्जन देव जी ने किते तस्वीर लाई अपनी, किते अपना नाम लिखिया, किते अपना उन्हें किते नहीं लिखिया। ਉਹਦਾ ਕਾਰਨ ਇਹ ਹੈ ਕਿ ਰੱਬ ਦੇ ਪਿਆਰੇ ਇਹ ਜਾਣਦੇ ਕਿ ਸਭ ਕੁਝ ਤੇ ਰੱਬ ਦਾ ਹੀ ਹੈ ਤੇ ਸਾਡਾ ਹੈ ਹੀ ਕੁਝ ਨਹੀਂ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਬੰਦਾ ਜਿਹੜਾ ਹੈ ਨਾ, ਜੇ ਧਰਮ ਗ੍ਰੰਥਾਂ ਨਾਲ ਵੀ ਜੁੜਦਾ ਹੈ ਤੇ ਉਹ ਵੀ ਫਿਰ ਨਾ ਪਰਮਾਤਮਾ ਤੱਕ ਨਹੀਂ ਪਹੁੰਚਦਾ, ਤਤ ਤੱਕ ਨਹੀਂ ਜਾਂਦਾ, ਤਤ ਦੇ ਨਾਲ ਨਹੀਂ ਜੁੜਦਾ। ਉਹ ਵੀ ਕੋਈ ਬ੍ਰਹਮਾ, ਕੋਈ ਵਿਸ਼ਨੂੰ, ਕੋਈ ਮਹੇਸ਼, ਕੋਈ ਹੋਰ ਦੇਵਤੇ ਦੇ ਮਗਰ ਲੱਗ ਗਿਆ, ਕੋਈ ਬੰਦਿਆਂ ਦੇ ਮਗਰ ਲੱਗ ਗਿਆ, ਕੋਈ ਮਨੁੱਖਾਂ ਦੇ ਮਗਰ ਲੱਗ ਗਿਆ, ਕੋਈ ਕਬਰਾਂ ਮਗਰ ਲੱਗ ਗਿਆ, ਕੋਈ इधर उधर मिट्टी दी ढेरियां नूं ही रब समझण लग पिया। यह त्रिगुण माया जिन जगत भुलाया, जन्म मरण का सहसा। सतगुरु जी कहने कि ये माया दे जिहड़े तीन गुण ने, जिन्होंने रजो गुण, तमो गुण, सतो गुण कहा जाता है, ये माया दे तिन्ना गुणां च जगत भरम भुलेखे च पिया रहिंदा है। ते जिन्ना चिर बंदा इन्हां भरम भुलेखियां च है, जिन्ना चिर बंदा सिर्फ परमात्मा तो उरे किसी भी पासे लग्या होया, परमात्मा तो बिना होर कोई भी पासा, भावें जिन्ना मर्जी को देवता समझे, जिन्ना मर्जी को व्यक्ति किसी नूं महान समझे, सतगुरु जी कहते जन्म मरण का सहसा। उन्ना चिर मनुख दे मन विच जम्मण मरण दा डर बनिया ही रहेगा, जम्मण मरण तो मुक्त नहीं होएगा, सहसे विच रहेगा। सतगुरु जी दा बचन कि करमी सहज न उपजै, विण सहजे सहसा न जाए। जिन्ना चिर बंदा सिर्फ आ बाहरली कर्म करेगा ना, उन्ना चिर मनुख दे अंदर सहज आत्मक ज्ञान, जिवें कह लो जिंदगी दा बैलेंस कायम नहीं होना। जिंदगी दा बैलेंस जिहड़ा है, साडी जिंदगी बैलेंस नहीं है, साडी जिंदगी उलार विच है। असीं जे माया नाल जुड़े ते माया वाली उलार है साडा। कई माया तो टुट के सोचते सी रब वाले बन्ने जुड़ जाएंगे, होर ही बन्ने उलार हो गया उन्हां दा। इस करके बैलेंस दा अर्थ हुंदा है, सहज दा अर्थ हुंदा है कि बंदा संसार च रहे, दुनियादारी च रहे, दुनियादारी च रहिंदे होया उहदी सुरत निरंकाल नाल जुड़ी रहे, उहदी जिंदगी अंदर उहनूं ज्ञान होए, सोझी होए कि मैं जगत विच जीवना किवें है, खाना की है, पहनना की है, रहना किवें है। सहज जिंदगी दे अंदर बैलेंस बन जाए जिंदगी दा। पर सतगुरु जी कहते ये जो सहज है ना, ये केवल बाहरलियां गल्लां नाल नहीं होंदा। करमी सहज न उपजै, विण सहजे सहसा न जाए, न जाए सहसा कितै संयम रहे कर्म कमाए। बहुत लोग ने धार्मिक कर्म करने वाले, पर उन्हां दे अंदर सहज नहीं, सहसे तो मुक्त नहीं होए, जिन्ने मर्जी कर्म कर रहे ने। सतगुरु साहब जी कहते न जाए सहसा कितै संयम रहे कर्म कमाए, सहसे जियो मलीन है। ये सहसे का अर्थ है सहम। साडे अंदर जिहड़ा सहम बनिया, चिंता बनी हुई है, ये सहसे करके ही असीं अंदरों मैले हाँ, अंदर साडे मैल जमी चली जाती है। पर सतगुरु जी कहते धोया किवें जाए, मन धोवो शब्द लागो हर सो रहो लिव लाए। मन नूं गुरु के शब्द नाल धोवो। मन नूं धोण दा अर्थ कि गुरु के शब्द नहीं ज्ञानवान हो, अंदरों अज्ञानता मिटेगी, वाहिगुरु जी विच लिव लग जाएगी। कहे नानक गुरु प्रसादी सहज उपजे, ए सहसा ए बजाए। सतगुरु जी कहते गुरु दी कृपा सदका सहज पैदा होना है, केवल बाहर ले अपने कीते कर्मां राहीं सहज नहीं मिलना। तो सतगुरु जी कहते अंदरों फिर सहम मुक जाएगा। इत्थे भी सतगुरु जी ने कहा जन्म मरण का सहसा। जिन्ना चिर बंदा माया दे तिन्ना गुणां च विचर रहा है, वह भरम भुलेखियां च रहेगा, जमन मरण दे डर अंदर विचरदा रहेगा। गुर प्रसादी को जाने चुकै मनो आदेसा। जदों गुरु दी बख्श सदका मनुख एक वाहिगुरु जी नूं समझ लेगा, एक परमात्मा दे प्यार जुड़ जाएगा, उदों उहदे अंदरों अंदेसे मुक जाणगे, शंके मुक जाणगे, उहदे अंदरों भरम भटकना मुक जाएगी। पर कदों? जदों गुरु दी कृपा सदका अंदरों ज्ञानवान हो जाएगा। जे केवल धर्म ग्रंथां नूं पढ़दा है जां धार्मिक कर्म करदा है, सतगुरु जी कहते उन्ना चिर अंदरों सहसा नहीं मुकेगा, चिंता नहीं मुकेगी। हम दीन मूर्ख अविचारी, तुम चिंता करो हमारी। धन गुरु अमरदास सच्चे पातशाह जी।
ਇਸ ਬੰਦ ਦੇ ਅੰਦਰ ਸਾਨੂੰ ਜੀਵਨ ਨੂੰ ਇਹ ਗਿਆਨ ਦੇ ਰਹੇ ਕਿ ਆਓ ਆਪਾਂ ਮਿਲ ਕੇ ਵਾਹਿਗੁਰੂ ਜੀ ਦੇ ਚਰਨਾਂ 'ਚ ਹੀ ਅਰਦਾਸ ਕਰੀਏ, ਪਰਮਾਤਮਾ ਕੋਲ ਜੋਦੜੀ ਕਰੀਏ ਕਿ ਵਾਹਿਗੁਰੂ ਜੀ ਹਮ ਦੀਨ, ਅਸੀਂ ਬੜੇ ਦੀਨ ਹਾਂ, ਗਰੀਬ ਹਾਂ, ਦੁਖੀ ਹਾਂ, ਮੂਰਖ ਵੀ ਹਾਂ, ਅਵਿਚਾਰੀ। ਅਵਿਚਾਰੀ ਦਾ ਅਰਥ ਕਿ ਬੜੇ ਅਗਿਆਨੀ ਆ, ਅਸੀਂ ਕੋਈ ਗਿਆਨ ਦੀ ਗੱਲ ਨਹੀਂ ਕਰਦੇ, ਵਿਚਾਰ ਦੀ ਗੱਲ ਨਹੀਂ ਕਰਦੇ। ਤੁਮ ਚਿੰਤਾ ਕਰੋ ਹਮਾਰੀ, ਵਾਹਿਗੁਰੂ ਜੀ ਅਸੀਂ ਮੂਰਖ ਵੀ ਹਾਂ, ਗਰੀਬ ਵੀ ਹਾਂ, ਦੁਖੀ ਵੀ ਹਾਂ, ਅਗਿਆਨੀ ਵੀ ਹਾਂ, ਤੁਸੀਂ ਸਾਡੇ ਤੇ ਬਖਸ਼ਿਸ਼ ਕਰੋ, ਰਹਿਮਤ ਕਰੋ। ਉਹ ਦਿਆਲ ਕਰਦਾਸ ਦਾਸਾਂ ਕਾ, ਸੇਵਾ ਕਰੀ ਤੁਮਾਰੀ, ਮੇਰੇ ਤੇ ਦਇਆ ਦ੍ਰਿਸ਼ਟੀ ਕਰਦੇ ਹੋ ਕਿ ਮੈਂ ਤੁਹਾਡੇ ਦਾਸਾਂ ਦਾ ਦਾਸ ਬਣ ਜਾਵਾਂ, ਮੈਂ ਨਿਤ ਤੁਹਾਡੀ ਸੇਵਾ ਕਰਾਂ, ਤੁਹਾਡੇ ਦਾਸਾਂ ਦੇ ਦਾਸਾਂ ਰਾਹੀਂ ਤੁਹਾਡੇ ਪਿਆਰ ਜੁੜਾਂ। ਏਕ ਨਿਧਾਨ ਦੇਹ ਤੂੰ ਆਪਣਾ, ਐਨਿਸ ਨਾਮ ਵਖਾਣੀ। ਵਾਹਿਗੁਰੂ ਜੀ ਮੇਰੀ ਅਰਦਾਸ ਹੈ ਕਿ ਤੁਸੀਂ ਆਪਣੇ ਦਰ ਤੋਂ ਮੈਨੂੰ ਇਹ ਖਜ਼ਾਨਾ ਬਖਸ਼ਿਸ਼ ਕਰੋ। ਨਿਧਾਨ ਮੇਰਾ ਖਜ਼ਾਨਾ, ਕੇਵਲ ਆਪਣੇ ਨਾਮ ਦਾ ਖਜ਼ਾਨਾ, ਤੇ ਮੈਂ ਦਿਨ ਰਾਤ ਤੁਹਾਡੇ ਨਾਮ ਦਾ ਉਚਾਰਨ ਕਰਦਾ ਰਵਾਂ। ਐਨਿਸ ਨਾਮ ਵਖਾਣੀ, ਨਿਸ ਕਹਿੰਦੇ ਰਾਤ ਨੂੰ, ਇਹ ਕਹਿੰਦੇ ਦਿਨ ਨੂੰ, ਦਿਨ ਰਾਤ ਮੈਂ ਤੁਹਾਡੇ ਨਾਮ ਦਾ ਉਚਾਰਨ ਕਰਦਾ ਰਵਾਂ। ਮੇਰੇ ਤੇ ਇਹ ਬਖਸ਼ਿਸ਼ ਕਰੋ। ਤੁਹਾਡੀ ਬਖਸ਼ਿਸ਼ ਤੋਂ ਬਿਨਾਂ ਮੈਂ ਸਿਰਫ ਮੋਹ ਮਾਇਆ ਵਿੱਚ ਭਟਕੀ ਰਿਹਾ ਹਾਂ। ਕਹੇ ਨਾਨਕ ਗੁਰ ਪ੍ਰਸਾਦੀ ਬੂਝੋ ਕੋਈ, ਐਸਾ ਕਰੇ ਵਿਚਾਰਾ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ, ਭਾਈ ਕੋਈ ਵੀ ਬੰਦਾ ਗੁਰੂ ਰਾਹੀਂ ਇਹ ਗਿਆਨ ਪ੍ਰਾਪਤ ਕਰਕੇ ਦੇਖ ਲੇ, ਗੁਰੂ ਰਾਹੀਂ, ਗੁਰ ਪ੍ਰਸਾਦੀ ਬੂਝੋ ਕੋਈ, ਗੁਰੂ ਰਾਹੀਂ ਇਹ ਸਮਝ ਪ੍ਰਾਪਤ ਕਰਕੇ ਦੇਖ ਲਓ। ਜਦੋਂ ਸਮਝ ਆਏਗੀ, ਜਦੋਂ ਮਨੁੱਖ ਨੂੰ ਸੋਝੀ ਹੋਏਗੀ, ਫਿਰ ਕੀ ਕਰੇਗਾ? ਐਸਾ ਕਰੇ ਵਿਚਾਰਾ। ਉਹ ਫਿਰ ਇੱਦਾਂ ਵਿਚਾਰੇਗਾ, ਉਹਨੂੰ ਇਹ ਸਮਝ ਪਏਗੀ, ਉਹ ਇੱਦਾਂ ਦੇਖੇਗਾ। ਕਿੱਦਾਂ ਦੇਖੇਗਾ? ਕਿ ਜਿਉਂ ਜਲ ਉਪਰ ਫੇਨ ਬੁੱਧ ਬੁਦਾ, ਤੈਸਾ ਏ ਸੰਸਾਰਾ। ਉਹਨੂੰ ਸਮਝ ਪਏਗੀ ਕਿ ਜਗਤ ਤਾਂ ਇਵੇਂ ਹੈ ਜਿਵੇਂ ਪਾਣੀ ਤੇ ਬੁਲਬੁਲਾ ਹੁੰਦਾ। ਜਿੰਨਾ ਚਿਰ ਸਮਝ ਨਹੀਂ ਉਹਨਾਂ ਚਿਰ ਨਹੀਂ, ਉਹਨਾਂ ਚਿਰ ਤੇ ਆਪਾਂ ਬੜੇ ਦੇਖੋ ਜਗਤ ਦੇ ਨਾਲ ਸਾਡੇ ਤੇ ਦੁੱਖ ਦਾ, ਸੁੱਖ ਦਾ, ਹਰਖ ਦਾ, ਸੋਗ ਦਾ ਅਸਰ ਹੈ, ਅਸੀਂ ਪ੍ਰਭਾਵਿਤ ਹੁੰਦੇ ਹਾਂ। ਪਰ ਜਦੋਂ ਸਮਝ ਪੈਂਦੀ ਹੈ ਫਿਰ ਬੰਦਾ ਦੇਖਦਾ ਹੈ ਕਿ ਜਿਉਂ ਜਲ ਉੱਪਰ ਫੇਨ ਬੁੱਧ ਬਦਾ, ਜਿਵੇਂ ਪਾਣੀ ਦੇ ਉੱਪਰ ਬੁਲਬੁਲਾ ਹੁੰਦਾ ਹੈ, ਝੱਗ ਹੁੰਦੀ ਹੈ ਨਾ, ਇਹ ਜਗਤ ਇਵੇਂ ਹੀ ਹੈ। ਸਿਰਫ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਚ ਕਿਹਾ, ਜੈਸੇ ਜਲ ਤੇ ਬੁੱਧ ਬੁਦਾ, ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਜੇ ਪਾਣੀ ਤੇ ਬੁਲਬੁਲੇ ਨੇ, ਪਾਣੀ ਦੇ ਵਿੱਚ ਕਈ ਬੁਲਬੁਲੇ ਬਣਦੇ ਨੇ, ਟੁੱਟਦੇ ਨੇ, ਬਣਦੇ ਨੇ, ਟੁੱਟਦੇ ਨੇ, ਬੇਅੰਤ। ਵਾਹਿਗੁਰੂ ਤੋਂ ਵੀ ਬੇਅੰਤ ਜ਼ਿੰਦਗੀਆਂ ਪੈਦਾ ਹੁੰਦੀਆਂ ਨੇ, ਬਣਦੀਆਂ ਨੇ, ਟੁੱਟਦੀਆਂ ਨੇ। ਇਹ ਵੀ ਪਾਣੀ ਦੇ ਬੁਲਬੁਲੇ ਦੀ ਨਹੀਂ ਆਈ ਹੈ। ਜਦੋਂ ਮਨੁੱਖ ਨੂੰ ਗਿਆਨ ਹੋ ਜਾਂਦਾ, ਫਿਰ ਉਹ ਸਮਝਦਾ ਹੈ ਕਿ ਜਗਤ ਰੇਤ ਦੀ ਕੰਧ ਵਾਂਗੂ ਹੈ। ਫਿਰ ਇਹਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਜਗਤ ਜਿਹੜਾ ਇਹ ਇੱਕ ਸਰਾਂ ਵਾਂਗੂ ਹੈ, ਇੱਥੇ ਤੇ ਸਦਾ ਥੇਰ ਆਪਾਂ ਹੈ ਹੀ ਨਹੀਂ ਹੈ। ਜਿੰਨਾ ਚਿਰ ਉਸ ਨੂੰ ਸੋਝੀ ਨਹੀਂ ਹੈ, ਉਹਨਾਂ ਚਿਰ ਉਹਦਾ ਲਗਾ, ਉਹਦੀ ਪਕੜ ਜਿਹੜੀ ਜਗਤ ਦੇ ਨਾਲ ਰਹਿੰਦੀ ਹੈ, ਉਹ ਬੰਧਨਾਂ 'ਚ ਜਕੜਿਆ ਰਹਿੰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ, ਜਦੋਂ ਸਮਝ ਪੈ ਗਈ ਫਿਰ ਉਹ ਇਹ ਵਿਚਾਰ ਕਰਦਾ ਕਿ ਦੁਨੀਆ ਤੇ ਪਾਣੀ ਦੇ ਬੁਲਬੁਲੇ ਦੀ ਨਹੀਂ ਆਈ ਹੈ। ਜਿਸ ਤੇ ਹੋਵਾ ਤਿਸ ਹੈ ਸਮਾਣਾ, ਚੂਕ ਗਿਆ ਪਾਸਾਰਾ। ਤੇ ਫਿਰ ਜਿਸ ਪਰਮਾਤਮਾ ਤੋਂ ਇਹ ਜੀਵ ਪੈਦਾ ਹੋਇਆ, ਮਨੁੱਖ ਉਹਦੇ 'ਚ ਹੀ ਸਮਾ ਜਾਂਦਾ ਹੈ। ਸੁਖਮਨੀ ਸਾਹਿਬ ਜੀ ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਪਵਿੱਤਰ ਬਚਨ ਹੈ, ਕਬਹੂ ਸਾਧ ਸੰਗ ਤੇ ਪਾਵੈ, ਉਸ ਸਥਾਨ ਤੇ ਬਉਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ਼। ਸਾਡਾ ਇਹ ਮਨ ਕਦੀ ਕਿਤੇ ਜਾਂਦਾ ਹੈ, ਜਿੱਥੇ ਜਾਏਗਾ ਉੱਥੋਂ ਦੇ ਅਸਰ ਨੂੰ ਇਹ ਅਖਤਿਆਰ ਕਰ ਲਏਗਾ। ਪਰ ਸਤਿਗੁਰੂ ਜੀ ਕਹਿੰਦੇ, ਕਿਤੇ ਇਹ ਸਾਡਾ ਮਨ ਜਿਹੜਾ ਸਤ ਸੰਗਤ ਵਿੱਚ ਆ ਜਾਏ, ਸਤ ਸੰਗਤ ਨਾਲ ਜੁੜ ਜਾਏ। ਕਬਹੂ ਸਾਧ ਸੰਗਤ ਇਹ ਪਾਵੇ, ਉਸ ਸਥਾਨ ਤੇ ਬਉਰ ਨਾ ਆਵੇ। ਜਦੋਂ ਮਨ ਸਤ ਸੰਗਤ ਨਾਲ ਜੁੜ ਜਾਏਗਾ, ਸਤ ਸੰਗਤ ਵਿੱਚ ਜੁੜ ਕੇ ਜੋ ਗਿਆਨ ਮਿਲੇਗਾ ਨਾ, ਗਿਆਨ, ਉਸ ਗਿਆਨ ਤੋਂ ਨੀਵਾਂ ਨਹੀਂ ਜਾਏਗਾ ਬੰਦਾ। ਫਿਰ ਉਸ ਸਥਾਨ ਤੇ ਬਉਰ ਨਾ ਆਵੇ।
ਉਸ ਸਥਾਨ ਤੇ ਹੁੰਦਾ ਕਿ ਅੰਤਰ ਹੋਏ ਗਿਆਨ ਪ੍ਰਗਾਸ। ਮਨੁੱਖ ਦੇ ਮਨ ਅੰਦਰ ਗਿਆਨ ਹੁੰਦਾ, ਪ੍ਰਗਾਸ ਹੁੰਦਾ, ਸੋਝੀ ਹੁੰਦੀ ਹੈ। ਉਹ ਜਿਹੜੀ ਗਿਆਨ ਵਾਲੀ ਅਵਸਥਾ ਹੈ ਨਾ, ਉਹ ਕਦੀ ਖਤਮ ਨਹੀਂ ਹੁੰਦੀ, ਉਹ ਕਦੀ ਮਿਟਦੀ ਨਹੀਂ ਹੈ। ਉਹ ਗਿਆਨਵਾਨ ਮਨੁੱਖ ਜਿਹੜਾ ਨਾ, ਉਹ ਕਿੱਥੇ ਪਹੁੰਚ ਜਾਂਦਾ ਹੈ? ਜੋ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕਹਿ ਸਦ ਕੁਰਬਾਨ। ਜਿਵੇਂ ਪਾਣੀ ਪਾਣੀ ਵਿੱਚ ਸਮਾ ਜਾਂਦਾ ਹੈ, ਜਿਵੇਂ ਜੋਤ ਜੋਤ ਵਿੱਚ ਸਮਾ ਜਾਂਦੀ ਹੈ, ਤਿਵੇਂ ਮਨੁੱਖ ਜਿਹੜੇ ਨਾ ਪਰਮਾਤਮਾ ਸਮਾ ਜਾਂਦਾ ਹੈ। ਪਰਮਾਤਮਾ ਤੋਂ ਪੈਦਾ ਹੋਇਆ, ਪਰਮਾਤਮਾ ਵਿੱਚ ਹੀ ਇਹ ਸਮਾ ਜਾਂਦਾ ਹੈ। ਮਨੁੱਖ ਦੀ ਜੀਵਨ ਯਾਤਰਾ ਪਰਮਾਤਮਾ ਤੋਂ ਸ਼ੁਰੂ ਹੋਈ ਹੈ, ਪਰਮਾਤਮਾ 'ਚ ਸਮਾਉਣਾ ਹੀ ਜ਼ਿੰਦਗੀ ਦਾ ਲਕਸ਼ ਹੈ। ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਵੀ ਹੈ ਕਿ ਸਾਨੂੰ ਇਹ ਜਿਹੜੀ ਜ਼ਿੰਦਗੀ ਮਿਲੀ ਹੈ ਨਾ, ਇਹ ਪਰਮਾਤਮਾ 'ਚ ਵਿਲੀਨ ਹੋਣ ਲਈ ਮਿਲੀ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸਤਿਗੁਰੂ ਜੀ ਕਹਿੰਦੇ ਗੋਬਿੰਦ ਨੂੰ ਮਿਲਣ ਦਾ ਇੱਕ ਮੌਕਾ ਹੈ, ਪਰ ਜੇ ਤੇ ਮਨੁੱਖ ਗੁਰੂ ਕੇ ਗਿਆਨ ਰਾਹੀਂ ਵਾਹਿਗੁਰੂ ਜੀ ਦੀ ਰਜ਼ਾ 'ਚ ਆ ਜਾਏ, ਵਾਹਿਗੁਰੂ ਜੀ ਦੇ ਭਾਣੇ 'ਚ ਆ ਜਾਏ, ਫਿਰ ਤੇ ਪਰਮਾਤਮਾ 'ਚ ਸਮਾ ਜਾਂਦਾ ਹੈ, ਫਿਰ ਤੇ ਆਉਣ ਜਾਣ ਮੁੱਕ ਜਾਂਦਾ ਹੈ। ਫਿਰ ਮਨੁੱਖ ਨੂੰ ਪਤਾ ਲੱਗਦਾ ਕਿ ਜਗਤ ਤਾਂ ਹੈ ਹੀ ਇੱਕ ਪਾਣੀ ਦਾ ਬੁਲਬੁਲਾ ਹੈ, ਬੰਦਾ ਰੱਬ ਦੀ ਰਜ਼ਾ ਵਿੱਚ ਵਿਚਰਦਾ ਹੈ। ਜਿੰਨਾ ਚਿਰ ਇਹਨੂੰ ਸੋਝੀ ਨਹੀਂ ਹੈ, ਉਹਨਾਂ ਚਿਰ ਇਹ ਮਨ ਦੀ ਮੱਤ ਮਗਰ ਲੱਗ ਕੇ ਮਾਇਆ ਦੇ ਪ੍ਰਭਾਵ 'ਚ ਰਹਿੰਦਾ ਹੈ, ਤੇ ਮਾਇਆ ਦੇ ਪ੍ਰਭਾਵ 'ਚ ਪੈ ਕੇ ਜੰਮਣ ਮਰਨ ਆਵਣ ਜਾਣ ਦਾ ਗੇੜ ਬਣਿਆ ਰਹਿੰਦਾ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਪਵਿੱਤਰ ਮੁਖ ਵਾਕ ਦੇ ਰਾਹੀਂ ਜੋ ਕੇਂਦਰੀ ਭਾਵ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਇਹ ਜਗਤ ਰੱਬ ਦੇ ਭਾਣੇ ਵਿੱਚ ਹੈ, ਰੱਬ ਦੀ ਰਜ਼ਾ ਵਿੱਚ ਹੈ। ਰੋਜ਼ ਗੁਰੂ ਕੇ ਬਚਨ ਪੜ੍ਹਦੇ ਹਾਂ ਕਿ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਏ। ਸਾਰਾ ਜਗਤ ਹੁਕਮ ਵਿੱਚ ਹੈ, ਦੁੱਖ ਸੁੱਖ ਮਾਨ ਅਮਾਨ, ਉੱਚੇ ਨੀਵੇਂ ਜੋ ਨੇ ਇਹ ਰੱਬ ਦੀ ਰਜ਼ਾ 'ਚ ਨੇ। ਪਰ ਉਸ ਹੁਕਮ ਨੂੰ ਸਮਝਣ ਤੋਂ ਬਿਨਾਂ ਮਨੁੱਖ ਜਿਹੜਾ ਉਹ ਪਰੇਸ਼ਾਨ ਰਹਿੰਦਾ, ਸਹਿਸੇ ਵਿੱਚ ਰਹਿੰਦਾ, ਦੁੱਖਾਂ 'ਚ ਪਿਆ ਰਹਿੰਦਾ। ਉਸ ਹੁਕਮ ਨੂੰ ਸਮਝਣ ਦੇ ਲਈ ਸਾਨੂੰ ਸਾਡੇ ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਹੈ। ਜਿਵੇਂ ਅਸੀਂ ਕੋਈ ਵੱਡਾ ਕੰਮ ਕਰਨਾ ਹੋਏ ਨਾ, ਉਹਦਾ ਪਹਿਲਾਂ ਨਿੱਕੇ ਪੱਧਰ ਤੇ ਤਜਰਬਾ ਕਰਦੇ ਹਾਂ, ਐਕਸਪੈਰੀਮੈਂਟ ਕਰਦੇ ਹਾਂ। ਅਸੀਂ ਵੱਡੇ ਵੱਡੇ ਕਾਰਜ ਹੋਏ ਨੇ, ਜਹਾਜ਼ ਬਣੇ ਨੇ, ਹੋਰ ਵੱਡੀਆਂ ਵੱਡੀਆਂ ਚੀਜ਼ਾਂ ਬਣੀਆਂ ਨੇ, ਇਹ ਕੋਈ ਪਹਿਲੇ ਦਿਨ ਨਹੀਂ ਬਣ ਗਈਆਂ। ਇਹਦੇ ਪਹਿਲਾਂ ਤਜਰਬੇ ਹੋਏ, ਐਕਸਪੈਰੀਮੈਂਟ ਹੋਏ, ਉਦੋਂ ਬਾਅਦ ਇਹ ਕਾਮਯਾਬੀਆਂ ਮਿਲਦੀਆਂ ਨੇ। ਹੁਣ ਰੱਬ ਦੇ ਹੁਕਮ ਨੂੰ ਸਮਝਣ ਦੇ ਲਈ ਵੀ ਸਾਨੂੰ ਕੋਈ ਐਕਸਪੈਰੀਮੈਂਟ ਕਰਨਾ ਪੈਣਾ, ਉਹਦਾ ਵੀ ਕੋਈ ਰਸਤਾ ਹੈ। ਉਹਦਾ ਐਕਸਪੈਰੀਮੈਂਟ ਇਹ ਹੈ ਕਿ ਬੰਦਾ ਗੁਰੂ ਦੀ ਰਜ਼ਾ 'ਚ ਚੱਲਣ ਦਾ ਤਜਰਬਾ ਕਰੇ। ਜਦੋਂ ਗੁਰੂ ਦੇ ਹੁਕਮ ਵਿੱਚ ਚੱਲਣ ਦੀ ਜਾਚ ਆ ਗਈ, ਰੱਬ ਦੇ ਹੁਕਮ 'ਚ ਆਪਣੇ ਆਪ ਹੀ ਆ ਜਾਏਗਾ। ਪਰ ਜੇਕਰ ਕੋਈ ਬੰਦਾ ਕਿ ਮੈਂ ਸਿੱਧੇ ਤੌਰ ਤੇ ਰੱਬ ਦੇ ਨਾਲ ਸਾਂਝ ਬਣਾ ਲਵਾਂ, ਜਿਵੇਂ ਧਰਤੀ ਦਾ ਆਕਾਸ਼ ਦਾ ਕਿਤੇ ਮੇਲ ਨਹੀਂ ਹੈ, ਤਿਵੇਂ ਮਨੁੱਖ ਦਾ ਪਰਮਾਤਮਾ ਦਾ ਸਿੱਧੇ ਤੌਰ ਤੇ ਕੋਈ ਮੇਲ ਨਹੀਂ ਹੈ। ਉਹਦੇ ਲਈ ਗੁਰੂ ਨੂੰ ਵਿੱਚ ਰੱਖਿਆ ਹੋਇਆ, ਗੁਰੂ ਕੇ ਗਿਆਨ ਨੂੰ ਰੱਖਿਆ ਹੋਇਆ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਵਾਰ-ਵਾਰ ਗੁਰੂ ਕਿਰਪਾ ਦੀ ਗੱਲ ਕੀਤੀ, ਗੁਰ ਪ੍ਰਸਾਦ ਦੀ ਗੱਲ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਇਹੀ ਮਨੁੱਖ ਜਿਹੜਾ ਮਾਇਆ 'ਚ ਵਿਚਰਦਾ ਹੈ, ਹਰਖ ਸੋਗ 'ਚ ਵਿਚਰਦਾ ਹੈ, ਭਰਮ ਭਟਕਣਾ 'ਚ ਵਿਚਰਦਾ ਹੈ, ਜਦੋਂ ਗੁਰੂ ਦੀ ਕਿਰਪਾ ਸਦਕਾ ਉਹਦੇ ਭਾਣੇ ਨੂੰ ਸਮਝ ਲੈਂਦਾ, ਇਹ ਸ਼ਗਤ ਸਿਵੈ ਕਰ ਆਵੇ ਜੀਵ ਤੇ ਅਮਰ ਰਹੀਏ। ਇਹੀ ਬੰਦਾ ਜਿਹੜਾ ਮਾਇਆ 'ਚ ਖਚਤ ਹੁੰਦਾ ਹੈ, ਪਰਮਾਤਮਾ 'ਚ ਵਿਲੀਨ ਹੋ ਜਾਂਦਾ ਹੈ। ਇਵੇਂ ਕਹਿ ਲਈਏ ਕਿ ਆਪਣੇ ਮਨ ਦੀ ਸਿਰਫ ਡਾਇਰੈਕਸ਼ਨ ਹੀ ਚੇਂਜ ਕਰਨ ਦੀ ਲੋੜ ਹੈ, ਦਿਸ਼ਾ ਬਦਲਣ ਦੀ ਲੋੜ ਹੈ। ਮਨ ਜਿੱਧਰ ਲੱਗ ਜਾਏਗਾ ਉਹੀ ਕੁਝ ਬਣ ਜਾਏਗਾ। ਮਨੁੱਖ ਦੇ ਮਨ ਦਾ ਸੁਭਾਅ ਬਾਬਾ ਕਬੀਰ ਸਾਹਿਬ ਜੀ ਨੇ ਵਰਣਨ ਕੀਤਾ ਹੈ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤਤ ਕੋ ਜੀਓ। ਸ਼ਕਤੀ ਦਾ ਅਰਥ ਮਾਇਆ, ਸੀਓ ਦਾ ਅਰਥ ਪਰਮਾਤਮਾ। ਇਹ ਮਨ ਜੇ ਮਾਇਆ ਨਾਲ ਜੁੜਦਾ ਤੇ ਮਾਇਆ ਵਰਗਾ ਹੀ ਬਣ ਜਾਂਦਾ ਹੈ। ਇਹ ਮਨ ਜੇ ਪਰਮਾਤਮਾ ਵਾਲੇ ਬੰਨੇ ਲੱਗਦਾ ਤੇ ਪਰਮਾਤਮਾ ਵਰਗਾ ਹੀ ਬਣ ਜਾਂਦਾ ਹੈ, ਪਰਮਾਤਮਾ 'ਚ ਵਿਲੀਨ ਹੋ ਜਾਂਦਾ ਹੈ। ਇਹ ਮਨ ਜੇ ਸਰੀਰ ਦੇ ਮੋਹ 'ਚ ਪੈਂਦਾ ਤੇ ਸਰੀਰ ਵਰਗਾ ਬਣ ਜਾਂਦਾ ਹੈ। ਦੇਖੋ, ਮਨੁੱਖ ਦੇ ਅੰਦਰ ਦੁੱਖ ਸੁੱਖ ਕੋਈ ਨਹੀਂ ਹੈ, ਪਰ ਜਦੋਂ ਜਿੱਧਰ ਬੰਦਾ ਦਾ ਮਨ ਲੱਗੇਗਾ ਉਹੀ ਇਹਦੀ ਅਵਸਥਾ ਬਣ ਜਾਏਗੀ। ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਸਾਰਾ ਨਿਰੰਕਾਰ ਨੇ ਆਕਾਰ ਬਣਾਇਆ, ਸਾਰਿਆਂ 'ਚ ਆਪ ਬੈਠਾ ਹੋਇਆ ਹੈ।
ਔਰ ਇਹ ਨਿਰੰਕਾਰ ਨੇ ਮਾਇਆ ਪੈਦਾ ਕੀਤੀ, ਭਰਮ ਭੁਲੇਖੇ ਵੀ ਉਹਦੇ ਪੈਦਾ ਕੀਤੇ ਹੋਏ ਨੇ। ਪਰ ਜਿਸ ਦੇ ਉੱਪਰ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਏ, ਜੋ ਸੇਵਕ ਬਣ ਜਾਏ ਪ੍ਰਮਾਤਮਾ ਦਾ, ਉਹਦੀ ਇਹੀ ਵਡਿਆਈ ਹੈ ਕਿ ਉਹ ਵਾਹਿਗੁਰੂ ਜੀ ਦੇ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰ ਲੈਂਦਾ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਆਸਾ ਦੀ ਵਾਰ 'ਚ ਇਸ ਹੁਕਮ ਦੀ ਗੱਲ ਕਰਦੇ ਹਾਂ ਕਿ ਮਨੁੱਖ ਸੰਸਾਰ ਦੇ ਅੰਦਰ ਹੁਕਮ ਚਲਾਉਣਾ ਚਾਹੁੰਦਾ ਹੈ, ਹੁਕਮ ਮੰਨਣਾ ਨਹੀਂ ਚਾਹੁੰਦਾ। ਹਰ ਬੰਦਾ ਜਿਹੜਾ ਹੈ ਉਹ ਕਹਿੰਦਾ ਕਿ ਮੇਰਾ ਹੁਕਮ ਚੱਲੇ, ਮੇਰੀ ਗੱਲ ਦੁਨੀਆ ਮੰਨੇ। ਪਰ ਜੇ ਬੰਦਾ ਧਰਤੀ ਤੇ ਹੁਕਮ ਹੀ ਕਰਦਾ ਰਿਹਾ, ਗੁਰਬਾਣੀ ਦਾ ਬਚਨ ਕਿ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵੰਦੇ, ਰਾਹ ਭੀੜੈ ਅੱਗੇ ਜਾਵਣਾ। ਜੇ ਮਨ ਭਾਉਂਦੇ ਬੰਦਾ ਹੁਕਮ ਹੀ ਕਰਦਾ ਰਹੇ ਨਾ, ਹੁਣ ਜਿਨ੍ਹਾਂ ਦੀ ਆਦਤ ਬਣ ਜੇ ਨਾ ਕਿ ਹੁਕਮ ਕਰਨਾ ਆਪ ਨਹੀਂ ਮੰਨਣਾ, ਪਰ ਜਦੋਂ ਕਿਤੇ ਉਹਨਾਂ ਨੂੰ ਕਿਸੇ ਦਾ ਹੁਕਮ ਮੰਨਣਾ ਪੈ ਜੇ ਬਹੁਤ ਪਰੇਸ਼ਾਨ ਹੁੰਦੇ ਨੇ। ਕਿਤੇ ਉਹਨਾਂ ਦੀ ਮਨ ਮਰਜ਼ੀ ਨਾ ਚੱਲੇ, ਗੁੱਸਾ ਕਿੱਥੋਂ ਪੈਦਾ ਹੁੰਦਾ? ਗੁੱਸੇ ਦਾ ਕਾਰਨ ਹੈ ਕਿ ਜੋ ਮੈਂ ਚਾਹੁੰਦਾ ਹੋਇਆ ਨਹੀਂ, ਜਿੱਦਾਂ ਮੈਂ ਚਾਹੁੰਦਾ ਸੀ ਹੋਇਆ ਨਹੀਂ, ਬੰਦਾ ਗੁੱਸੇ 'ਚ ਆ ਜਾਂਦਾ ਹੈ। ਉਹ ਇੱਕ ਰੁਕਾਵਟ ਹੈ ਮਨੁੱਖ ਦੇ ਰਸਤੇ 'ਚ। ਜੋ ਬੰਦਾ ਹੁਕਮ ਕਰਨ ਦਾ ਹੀ ਸੁਭਾਅ ਬਣਾ ਲਏ, ਉਹਨੇ ਹੁਕਮ ਕਦੀ ਮੰਨਿਆ ਹੀ ਨਾ ਹੋਏ, ਜਦੋਂ ਉਹਦੇ ਤੇ ਰੱਬੀ ਹੁਕਮ ਕੋ ਵਰਤਦਾ ਹੈ, ਰੱਬ ਦੇ ਹੁਕਮ ਨੂੰ ਤੇ ਕੋਈ ਨਹੀਂ ਨਾ ਟਾਲ ਸਕਦਾ। ਇਹ ਦੁੱਖ ਰੱਬ ਦਾ ਹੁਕਮ ਹੈ, ਸੁੱਖ ਰੱਬ ਦਾ ਹੁਕਮ ਹੈ, ਇਹ ਮੌਤ ਰੱਬ ਦਾ ਹੁਕਮ ਹੈ, ਇਹਨੂੰ ਕੋਈ ਨਹੀਂ ਨਾ ਟਾਲ ਸਕਦਾ। ਫਿਰ ਬੰਦਾ ਬੜਾ ਦੁਖੀ ਹੁੰਦਾ ਹੈ। ਮਹਾਂਪੁਰਖ ਕਹਿੰਦੇ ਕਿ ਮੌਤ ਦਾ ਦੁੱਖ ਕੋਈ ਨਹੀਂ ਹੈ, ਲੇਕਿਨ ਮਨੁੱਖ ਦੀ ਮਰਜ਼ੀ ਨਹੀਂ ਚੱਲਦੀ, ਉਦੋਂ ਦੁਖੀ ਹੁੰਦਾ ਹੈ ਬੰਦਾ ਕਿ ਮੈਂ ਜੋ ਚਾਹੁੰਦਾ, ਮੈਂ ਜਿਉਣਾ ਚਾਹੁੰਦਾ, ਮੈਂ ਨਹੀਂ ਮਰਨਾ ਚਾਹੁੰਦਾ, ਲੇਕਿਨ ਉਹ ਮਰਨਾ ਪੈਣਾ। ਬੰਦਾ ਦੁਖੀ ਤਾਂ ਹੁੰਦਾ ਹੈ। ਪਰ ਜਿਹਨੂੰ ਹੁਕਮ ਮੰਨਣ ਦੀ ਜਾਚ ਆ ਗਈ, ਸਤਿਗੁਰੂ ਜੀ ਨੇ ਬਚਨ ਕਿਹਾ ਹੈ ਕਿ ਜਿਹੜਾ ਵਾਹਿਗੁਰੂ ਜੀ ਦੇ ਸੋ ਸੇਵਕ ਸੇਵਾ ਕਰੇ, ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਮੰਨੀਏ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਜਿਹੜਾ ਬੰਦਾ ਵਾਹਿਗੁਰੂ ਜੀ ਦੇ ਹੁਕਮ ਨੂੰ ਮੰਨਦਾ ਹੈ, ਉਹ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਰੱਬ ਦੇ ਹੁਕਮ ਦੀ ਤੇ ਗੱਲ ਬਹੁਤ ਵੱਡੀ ਹੈ। ਅਸੀਂ ਦੁਨਿਆਵੀ ਤੌਰ ਤੇ ਦੇਖਦੇ ਹਾਂ, ਅਸੀਂ ਕੰਮਕਾਰ ਕਰਦੇ ਹਾਂ, ਕਈ ਸਾਡੇ ਨਾਲ ਕੰਮ ਕਰਨ ਵਾਲੇ ਹੁੰਦੇ ਨੇ, ਉਹ ਚੰਗੇ ਹੋਣ, ਆਗਿਆਕਾਰੀ ਹੋਣ, ਉਦਮੀ ਹੋਣ, ਤੇ ਅਸੀਂ ਆਪਣੇ ਆਪ ਖੁਸ਼ ਹੋ ਕੇ ਨਾ ਉਹਦੀ ਜ਼ਿੰਮੇਵਾਰੀ ਹੋਰ ਵਧਾਈ ਜਾਂਦੇ ਹਾਂ। ਅਸੀਂ ਉਹਦੀ ਰੁਤਬਾ ਵੀ ਵਧਾਈ ਚਲੇ ਜਾਂਦੇ ਹਾਂ ਕਿ ਤੂੰ ਤੇ ਬੰਦਾ ਬੜਾ ਚੰਗਾ ਹੈ। ਜੇ ਦੁਨਿਆਵੀ ਤੌਰ ਤੇ ਕੋਈ ਦੁਨਿਆਵੀ ਬੰਦੇ ਦੀ ਆਗਿਆ ਚੱਲਦਾ, ਅਸੀਂ ਉਹਦੇ ਤੇ ਖੁਸ਼ ਹੁੰਦੇ ਹਾਂ, ਉਹਦਾ ਰੁਤਬਾ ਵੱਧਦਾ ਚਲਿਆ ਜਾਂਦਾ ਹੈ। ਜੇ ਅਸੀਂ ਰੱਬ ਦੀ ਰਜ਼ਾ 'ਚ ਆ ਜਾਵਾਂਗੇ ਤੇ ਰੱਬ ਸਾਨੂੰ ਕਿੱਡੇ ਵੱਡੇ ਬਣਾ ਦੇਵੇਗਾ, ਰੱਬ ਵਰਗੇ ਹੀ ਬਣ ਜਾਵਾਂਗੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਸੇਵਕ ਦੀ ਵਡਿਆਈ ਇਹੀ ਹੈ ਕਿ ਪ੍ਰਮਾਤਮਾ ਨੂੰ ਆਪਣੇ ਹੁਕਮ ਦੀ ਸੋਝੀ ਦੇ ਦਿੰਦਾ ਹੈ। ਤੇ ਜਿਹੜੇ ਹੋਰ ਧਰਮ ਦੀ ਦੁਨੀਆ 'ਚ ਵਿਚਰਦੇ ਲੋਕ ਨੇ, ਭਾਵੇਂ ਜਿੰਨੇ ਮਰਜ਼ੀ ਉਹ ਧਾਰਮਿਕ ਕਰਮ ਕਰਦੇ ਹੋਣ, ਧਰਮ ਗ੍ਰੰਥ ਪੜ੍ਹਦੇ ਹੋਣ, ਉਹ ਧਰਮ ਗ੍ਰੰਥ ਪੜ੍ਹਦਿਆਂ ਵੀ ਵਾਦ ਤੋਂ ਮੁਕਤ ਨਹੀਂ ਹੋ ਸਕੇ। ਉਹ ਧਰਮ ਗ੍ਰੰਥ ਪੜ੍ਹਦਿਆਂ ਵੀ ਪ੍ਰਮਾਤਮਾ ਨੂੰ, ਤੱਤ ਨੂੰ ਜਾਣ ਨਹੀਂ ਸਕੇ, ਤੱਤ ਦੀ ਸੋਝੀ ਨਹੀਂ ਹੋਈ। ਧਰਮ ਗ੍ਰੰਥ ਪੜ੍ਹਦਿਆਂ ਵੀ ਆਪਾਂ ਦੇਖਦੇ ਹਾਂ ਉਹ ਆਕਾਰ ਨਾਲ ਜੁੜੇ ਹੋਏ ਨੇ, ਕੋਈ ਦੇਵੀ ਦੇਵਤਿਆਂ ਨਾਲ ਜੁੜਿਆ ਹੋਇਆ ਹੈ, ਕੋਈ ਕਿਸੇ ਕਰਮਕਾਂਡ 'ਚ ਲੱਗਿਆ ਹੋਇਆ ਹੈ। ਸਤਿਗੁਰੂ ਜੀ ਕਹਿੰਦੇ ਇਹੀ ਗੱਲ ਹੈ ਕਿ ਉਹ ਮਾਇਆ ਦੇ ਤਿੰਨਾਂ ਗੁਣਾਂ 'ਚ ਹੀ ਰਹਿੰਦੇ ਨੇ, ਇਹਦੋਂ ਅੱਗੇ ਨਹੀਂ ਵੱਧ ਸਕਦੇ। ਰਜੋ ਗੁਣ, ਤਮੋ ਗੁਣ, ਸਤੋ ਗੁਣ 'ਚ ਵਿਚਰਦੇ ਨੇ, ਉਹਨਾਂ ਨੇ ਅੰਦਰ ਜੰਮਣ ਮਰਨ ਦਾ ਡਰ ਮੁੱਕਦਾ ਨਹੀਂ ਹੈ। ਆਪਾਂ ਸਿਰਫ ਅਰਦਾਸ ਕਰ ਸਕਦੇ ਵਾਹਿਗੁਰੂ ਜੀ ਦੇ ਅੱਗੇ ਕਿ ਵਾਹਿਗੁਰੂ ਜੀ ਸਾਡੇ ਤੇ ਇੱਕ ਬਖਸ਼ਿਸ਼ ਕਰੋ। ਸਤਿਗੁਰੂ ਜੀ ਨੇ ਪਹਿਲਾਂ ਇਹ ਗੱਲ ਦੱਸ ਕੇ ਕਿ ਇਹ ਸਾਰਾ ਆਕਾਰ ਪ੍ਰਮਾਤਮਾ ਨੇ ਬਣਾਇਆ ਹੈ, ਸਾਰੇ ਥਾਵਾਂ ਤੇ ਬੈਠਾ ਉਹ ਦੇਖ ਰਿਹਾ ਹੈ, ਸੇਵਕਾਂ ਨੂੰ ਵਡਿਆਈ ਮਿਲਦੀ ਹੈ। ਜਿਹੜੇ ਰੱਬ ਦੀ ਰਜ਼ਾ ਨੂੰ ਨਾ ਸਮਝਣ ਤੋਂ ਬਿਨਾਂ ਕੇਵਲ ਧਰਮ ਕਰਮ ਹੀ ਕਰੀ ਚਲੇ ਜਾਂਦੇ ਨੇ, ਸਤਿਗੁਰੂ ਜੀ ਕਹਿੰਦੇ ਉਹ ਵੀ ਵਾਦ ਵਿਵਾਦ 'ਚ ਰਹਿੰਦੇ, ਮਾਇਆ ਦੇ ਤਿੰਨਾਂ ਗੁਣਾਂ ਤੋਂ ਮੁਕਤ ਨਹੀਂ ਹੋ ਸਕਦੇ, ਜੰਮਣ ਮਰਨ ਤੋਂ ਮੁਕਤ ਨਹੀਂ ਹੋ ਸਕਦੇ, ਅੰਦੇਸ਼ੇ ਤੋਂ ਮੁਕਤ ਨਹੀਂ ਹੋ ਸਕਦੇ। ਉਹਦੇ ਲਈ ਸਤਿਗੁਰੂ ਜੀ ਕਹਿੰਦੇ ਇੱਕੋ ਇੱਕ ਤਰੀਕਾ ਹੈ ਕਿ ਵਾਹਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰੀਏ। ਹਮ ਦੀਨ ਮੂਰਖ ਅਵਿਚਾਰੀ ਤੁਮ ਚਿੰਤਾ ਕਰੋ ਹਮਾਰੀ। ਪ੍ਰਮਾਤਮਾ ਅਸੀਂ ਤੇ ਗਰੀਬ ਹਾਂ, ਦੁਖੀ ਹਾਂ, ਮੂਰਖ ਹਾਂ, ਅਗਿਆਨੀ ਹਾਂ, ਤੁਸੀਂ ਸਾਡੇ ਤੇ ਰਹਿਮਤ ਕਰ ਦਿਓ, ਤੁਸੀਂ ਬਖਸ਼ਿਸ਼ ਕਰ ਦਿਓ। ਉਹ ਦਿਆਲ ਕਰ ਦਾਸ ਦਾਸਾਂ ਕਾ ਸੇਵਾ ਕਰੀ ਤੁਮਾਰੀ। ਦਇਆ ਦ੍ਰਿਸ਼ਟੀ ਕਰੋ, ਅਸੀਂ ਤੁਹਾਡੇ ਦਾਸਾਂ ਦੇ ਦਾਸ ਬਣ ਜਾਈਏ, ਤੁਹਾਡੀ ਸੇਵਾ ਕਰੀਏ। ਰੱਬ ਦੀ ਸੇਵਾ ਕੀ ਹੈ? ਦੇਖੋ, ਰੱਬ ਕੋ ਆਕਾਰ ਨਹੀਂ ਹੈ, ਰੱਬ ਕੋ ਵਸਤੂ ਨਹੀਂ ਹੈ, ਰੱਬ ਤਾਂ ਨਜ਼ਰ ਹੀ ਨਹੀਂ ਆਉਂਦਾ। ਰੱਬ ਦੀ ਸੇਵਾ ਹੈ ਰੱਬ ਦੀ ਰਜ਼ਾ 'ਚ ਚੱਲਣਾ। ਅਸੀਂ ਰੋਜ਼ ਪੜ੍ਹਦੇ ਹਾਂ
ਕਿ ਹਵਾ ਵੀ ਰੱਬ ਦੇ ਗੁਣ ਗਾ ਰਹੀ ਹੈ, ਪਾਣੀ ਵੀ ਰੱਬ ਦੇ ਗੁਣ ਗਾ ਰਿਹਾ ਹੈ, ਧਰਤੀ ਵੀ ਰੱਬ ਦੇ ਗੁਣ ਗਾ ਰਹੀ ਹੈ। ਸੋਦਰ ਦੀ ਪੌੜੀ 'ਚ ਪੜ੍ਹਦੇ ਗਾਵਨ ਤੁਧਨੋ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ, ਗਾਵਨ ਤੁਨੋ ਚਿਤ ਗੁਤ ਲੈ ਜਾਣੇ ਲਿਹ ਲੈ ਧਰਮ ਦਾ ਵਿਚਾਰੇ, ਗਾਵਨ ਤੁਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ। ਇਹ ਪੌਣ ਕਿਵੇਂ ਗਾ ਰਹੀ ਹੈ, ਪਾਣੀ ਕਿਵੇਂ ਰੱਬ ਦੀ ਸੇਵਾ ਕਰ ਰਿਹਾ ਹੈ, ਹਵਾ ਕਿਵੇਂ ਰੱਬ ਦੀ ਸੇਵਾ ਕਰ ਰਹੀ ਹੈ, ਧਰਤੀ ਕਿਵੇਂ ਰੱਬ ਦੀ ਸੇਵਾ ਕਰ ਰਹੀ ਹੈ। ਰੱਬ ਦੀ ਰਜ਼ਾ 'ਚ ਚੱਲਣਾ ਹੀ ਰੱਬ ਦੀ ਸੇਵਾ ਹੈ। ਇਹ ਹਵਾ ਰੱਬ ਦੇ ਹੁਕਮ ਵਿੱਚ ਹੈ, ਇਹ ਧਰਤੀ ਰੱਬ ਦੇ ਹੁਕਮ ਵਿੱਚ ਹੈ, ਇਹ ਅੱਗ ਰੱਬ ਦੇ ਹੁਕਮ ਵਿੱਚ ਹੈ। ਬਸ ਰੱਬ ਦੀ ਰਜ਼ਾ ਵਿੱਚ ਚੱਲਣਾ ਹੀ ਰੱਬ ਦੀ ਸੇਵਾ ਹੈ। ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਕਾ ਨਾਮ। ਰੱਬ ਦੀ ਟਹਿਲ ਹੈ ਪ੍ਰਮਾਤਮਾ ਦੇ ਨਾਮ ਨੂੰ ਚੇਤੇ ਰੱਖਣਾ। ਨਾਮ ਦਾ ਅਰਥ ਕੱਲਾ ਕੋ ਵਾਹਿਗੁਰੂ ਵਾਹਿਗੁਰੂ ਕਰਨ ਤੋਂ ਨਹੀਂ ਹੈ। ਇਹ ਕੋ ਪ੍ਰਥਮ ਪੜਾਅ ਹੋ ਸਕਦਾ ਹੈ, ਬਾਹਰਲੀ ਅਵਸਥਾ ਹੋ ਸਕਦੀ ਹੈ। ਰੱਬ ਦੇ ਨਾਮ ਦਾ ਅਰਥ ਹੈ ਕਿ ਹਮੇਸ਼ਾ ਰੱਬ ਦੀ ਰਜ਼ਾ 'ਚ ਰਹਿਣਾ, ਰੱਬ ਦੇ ਪਿਆਰ 'ਚ ਵਿਚਰਨਾ। ਜੋ ਕੁਝ ਵੀ ਮੈਂ ਕਰਦਾ, ਜੋ ਕੁਝ ਮੇਰੇ ਪਾਸ ਹੈ, ਉਹ ਮੈਨੂੰ ਇਹ ਅਹਿਸਾਸ ਹੋਏ ਕਿ ਵਾਹਿਗੁਰੂ ਦੀ ਬਖਸ਼ਿਸ਼ ਹੈ। ਇਹ ਕਾਰੋਬਾਰ ਵਾਹਿਗੁਰੂ ਜੀ ਨੇ ਦਿੱਤੇ ਨੇ, ਇਹ ਵਾਹਿਗੁਰੂ ਦੀ ਕਿਰਪਾ ਨਾਲ ਹੀ ਸਭ ਕੁਝ ਚੱਲ ਰਿਹਾ ਹੈ। ਇਹ ਪਰਿਵਾਰ ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ। ਜਦੋਂ ਅਸੀਂ ਇਹ ਗੱਲ ਸਮਝਾਂ, ਇਹ ਹੈ ਰੱਬ ਦੇ ਨਾਮ ਨਾਲ ਜੋੜਨਾ। ਹਰ ਥਾਂ ਤੇ ਰੱਬ ਹੀ ਨਜ਼ਰ ਆਏ, ਹਰ ਗੱਲ ਨੂੰ ਅਸੀਂ ਰੱਬ ਦੀ ਰਜ਼ਾ ਸਮਝ ਲਈਏ, ਰੱਬ ਦੇ ਭਾਣੇ ਚੱਲੀਏ, ਰੱਬ ਦੀ ਰਜ਼ਾ ਚੱਲੀਏ। ਸਤਿਗੁਰੂ ਜੀ ਕਹਿੰਦੇ ਜਦੋਂ ਇਵੇਂ ਰੱਬ ਦੇ ਪਿਆਰ ਜੁੜਾਂਗੇ, ਇਹ ਹੈ ਰੱਬ ਦੀ ਸੇਵਾ। ਤੇ ਆਪਾਂ ਅਰਦਾਸ ਕਰੀ ਕਿ ਵਾਹਿਗੁਰੂ ਜੀ ਸੇਵਾ ਕਰੀ ਤੁਮਾਰੀ, ਅਸੀਂ ਤੁਹਾਡੇ ਦਾਸਾਂ ਦੀ ਸੰਗਤ ਵਿੱਚ ਬੈਠ ਕੇ ਤੁਹਾਡੀ ਸੇਵਾ ਜੁੜੀਏ। ਦੇਖੋ, ਇੱਕ ਹੈ ਪਰਮਾਤਮਾ, ਇੱਕ ਹੈ ਪਰਮਾਤਮਾ ਦੀ ਵਿਚਾਰਧਾਰਾ ਵਾਲੇ ਲੋਕ। ਅਸੀਂ ਜਿਸ ਵੀ ਕਿਸੇ ਲਾਈਨ ਵਿੱਚ ਕਾਮਯਾਬ ਹੋਣਾ ਹੋਏ, ਮੰਨ ਲਓ ਡਾਕਟਰ ਬਣਨਾ ਹੈ ਨਾ, ਤੇ ਫਿਰ ਬੰਦਾ ਡਾਕਟਰਾਂ ਦੇ ਕੋਲੋਂ ਰਾਏ ਲਏਗਾ, ਡਾਕਟਰਾਂ ਕੋਲ ਬੈਠੇਗਾ, ਉੱਦਾਂ ਦੀ ਸੁਸਾਇਟੀ 'ਚ ਮੈਡੀਕਲ ਕਾਲਜ ਵਿੱਚ ਜਾਏਗਾ, ਡਾਕਟਰ ਕੋਲ ਜਾ ਕੇ ਪ੍ਰੈਕਟਿਸ ਕਰੇਗਾ, ਤਾਂ ਹੀ ਡਾਕਟਰ ਬਣੇਗਾ ਨਾ। ਇਹ ਤਾਂ ਨਹੀਂ ਹੋਇਆ ਕਿ ਬਣਨਾ ਡਾਕਟਰ ਹੈ ਤੇ ਉਹ ਕਿਸੇ ਵਰਕਸ਼ਾਪ ਚਲਿਆ ਜਾਏ। ਜੇ ਕਿਤੇ ਬੰਦੇ ਨੇ ਟੈਕਨੀਕਲੀ ਕੋਈ ਕੰਮ ਸਿੱਖਣਾ ਹੈ, ਕਾਰੀਗਰ ਬਣਨਾ ਹੈ, ਉਹ ਕਾਰੀਗਰਾਂ ਕੋਲ ਜਾਏਗਾ। ਵਪਾਰ ਸਿੱਖਣਾ ਹੈ, ਬੰਦਾ ਵਪਾਰੀਆਂ ਕੋਲ ਬੈਠਦਾ ਹੈ, ਉਹਨਾਂ ਕੋਲ ਉਹ ਸੇਧ ਲੈਂਦਾ ਹੈ। ਜਿਸ ਪਾਸੇ ਵੀ ਅਸੀਂ ਕਾਮਯਾਬ ਹੋਣਾ ਚਾਹੁੰਦੇ ਹਾਂ, ਉਸ ਵਿਚਾਰਧਾਰਾ ਵਾਲੇ ਲੋਕਾਂ ਦੇ ਨਾਲ ਸਾਂਝ ਤੇ ਬਣਾਉਣੀ ਪਏਗੀ ਨਾ। ਹੁਣ ਪਰਮਾਤਮਾ ਨਾਲ ਜੁੜਨਾ ਹੈ, ਤੇ ਪਰਮਾਤਮਾ ਦੀ ਜੋ ਵਿਚਾਰਧਾਰਾ ਵਾਲੇ ਲੋਕ ਨੇ, ਜਿਨ੍ਹਾਂ ਨੂੰ ਸਤ ਸੰਗਤ ਕਿਹਾ ਸਤਿਗੁਰੂ ਜੀ ਨੇ, ਸਤ ਦੀ ਵਿਚਾਰਧਾਰਾ ਵਾਲੇ ਜਿਹੜੇ ਲੋਕ ਨੇ, ਉਹਨਾਂ ਦੇ ਕੋਲ ਬੈਠਾਂਗੇ, ਰੱਬੀ ਪਿਆਰਿਆਂ ਕੋਲ ਬੈਠਾਂਗੇ। ਉਹਨਾਂ ਕੋਲ ਬੈਠ ਕੇ ਸਾਨੂੰ ਰੱਬ ਦਾ ਗਿਆਨ ਮਿਲੇਗਾ, ਰੱਬ ਦੇ ਪਿਆਰ ਜੁੜਨ ਦੀ ਜੁਗਤ ਮਿਲੇਗੀ। ਇਸ ਕਰਕੇ ਸਾਹਿਬ ਜੀ ਕਹਿੰਦੇ ਮੇਰੇ ਤੇ ਬਖਸ਼ਿਸ਼ ਕਰੋ, ਹੋ ਦਿਆਲ ਕਰਦਾਸ ਦਾਸਾਂ ਕਾ ਸੇਵਾ ਕਰੀ ਤੁਮਾਰੀ। ਵਾਹਿਗੁਰੂ ਜੀ ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲਓ, ਤੇ ਮੈਂ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਤੁਹਾਡੀ ਸੇਵਾ ਕਰਾਂ, ਤੁਹਾਡੇ ਪਿਆਰ ਜੁੜਾਂ, ਤੇ ਉਹਨਾਂ ਦੀ ਸੰਗਤ ਵਿੱਚ ਕਿਰਪਾ ਕਰ ਦਿਓ। ਇਹੋ ਏਕ ਨਿਧਾਨ ਦੇਹ ਤੂੰ ਆਪਣਾ ਅਹਨਸ ਨਾਮ ਵਖਾਣੀ। ਇਹ ਖਜ਼ਾਨਾ ਮੈਨੂੰ ਦੇ ਦਿਓ ਉਹਨਾਂ ਰਾਹੀਂ ਕਿ ਮੈਂ ਨਿਤ ਤੁਹਾਡੇ ਨਾਮ ਦੇ ਨਾਲ ਜੁੜਿਆ ਰਵਾਂ, ਤੁਹਾਡੇ ਪਿਆਰ ਨਾਲ ਜੁੜਿਆ ਰਵਾਂ, ਤੁਹਾਡੀ ਯਾਦ ਵਿੱਚ ਜੁੜੇ ਰਵਾਂ। ਸਤਿਗੁਰੂ ਜੀ ਨੇ ਇਹ ਅਰਦਾਸ ਕਰਨ ਤੋਂ ਬਾਅਦ ਉਹ ਵਿਅਕਤੀ ਜਿਹਦੇ ਤੇ ਵਾਹਿਗੁਰੂ ਜੀ ਬਖਸ਼ਿਸ਼ ਕਰ ਦਿੰਦਾ, ਰਹਿਮਤ ਕਰ ਦਿੰਦਾ, ਉਹਦੀ ਅਵਸਥਾ ਕੀ ਬਣਦੀ ਜ਼ਿਕਰ ਕੀਤਾ। ਕਹਿਤ ਨਾਨਕ ਗੁਰ ਪ੍ਰਸਾਦੀ ਬੂਝੋ ਕੋਈ ਐਸਾ ਕਰੇ ਵਿਚਾਰਾ। ਭਾਈ ਜਿਹੜਾ ਮਨੁੱਖ ਸਤ ਸੰਗਤ ਰਾਹੀਂ ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ, ਜਿਹਨੂੰ ਸਮਝ ਪੈ ਜਾਂਦੀ ਹੈ, ਸੂਝ ਹੋ ਜਾਂਦੀ ਹੈ, ਉਹ ਫਿਰ ਇੱਕ ਗੱਲ ਸਮਝ ਲੈਂਦਾ, ਉਹਦੀ ਸੁਰਤ ਦਾ ਇੱਕ ਲੈਵਲ ਬਣ ਜਾਂਦਾ, ਉਹਦੇ ਅੰਦਰ ਇੱਕ ਗਿਆਨ ਦਾ ਪੱਧਰ ਬਣ ਜਾਂਦਾ। ਉਹ ਕੀ ਦੇਖਦਾ ਹੈ, ਇਹ ਦੁਨੀਆ ਤੇ ਇਵੇਂ ਜਿਵੇਂ ਪਾਣੀ ਦਾ ਬੁਲਬੁਲਾ ਹੁੰਦੀ ਹੈ, ਇਹ ਦੁਨੀਆ ਤੇ ਇਵੇਂ ਹੈ ਜਿਵੇਂ ਧੂਏ ਦਾ ਪਹਾੜ ਹੁੰਦੀ ਹੈ। ਉਹਨੂੰ ਫਿਰ ਸਮਝ ਪੈ ਜਾਂਦੀ ਹੈ, ਉਹ ਫਿਰ ਤੱਤ ਦੇ ਨਾਲ ਜੁੜਦਾ ਹੈ। ਉਹ ਸਿਰਫ ਤਾਂ ਸਿਰਫ ਇਸ ਜਗਤ ਦੇ ਵਿੱਚੋਂ ਪਰਮਾਤਮਾ ਨੂੰ ਦੇਖਦਾ ਹੈ। ਉਹਨੂੰ ਕੋਈ ਬਗਾਨਾ ਨਜ਼ਰ ਨਹੀਂ ਆਉਂਦਾ, ਪਰਾਇਆ ਨਜ਼ਰ ਨਹੀਂ ਆਉਂਦਾ। ਸਮੁੱਚੀ ਮਾਨਵਤਾ ਨੂੰ ਆਪਣਾ ਪਰਿਵਾਰ ਨਜ਼ਰ ਆਉਂਦੀ ਹੈ। ਤੇ ਜ਼ਿੰਦਗੀ 'ਚ ਉਹ ਜੋ ਕੁਝ ਕਰਦਾ ਹੈ, ਉਹ ਸਿਰਫ ਤਾਂ ਸਿਰਫ ਮਾਨਵਤਾ ਦੇ ਲਈ ਕਰਦਾ ਹੈ, ਮਨੁੱਖਤਾ ਦੇ ਲਈ ਕਰਦਾ ਹੈ। ਗੁਰਬਾਣੀ ਪੜ੍ਹੀਏ, ਗੁਰੂ ਦਾ ਇਤਿਹਾਸ ਪੜ੍ਹੀਏ। ਸਤਿਗੁਰੂ ਜੀ ਨੇ ਸਾਡੇ ਅੰਦਰ ਮਾਨਵਤਾ ਦੀ ਸੇਵਾ ਦਾ ਹੀ ਜੋ ਜਜ਼ਬਾ ਭਰਿਆ ਹੋਇਆ। ਗੁਰਬਾਣੀ ਕਹਿੰਦੀ ਜੇ ਰੱਬ ਦੀਆਂ ਨਜ਼ਰਾਂ 'ਚ ਪ੍ਰਵਾਨ ਹੋਣਾ ਹੈ ਨਾ, ਕੋਈ ਘਰ ਛੱਡਣ ਦੀ ਲੋੜ ਨਹੀਂ ਹੈ, ਕੋਈ ਕਾਰੋਬਾਰ ਛੱਡਣ ਦੀ ਲੋੜ ਨਹੀਂ ਹੈ, ਕੋਈ ਰੋਟੀ ਪਾਣੀ ਛੱਡਣ ਦੀ ਲੋੜ ਨਹੀਂ, ਕੋਈ ਨੰਗੇ ਪੈਰੀ ਫਿਰਨ ਦੀ ਬਿਲਕੁਲ ਲੋੜ ਨਹੀਂ। ਠੰਡ ਆ ਗਈ ਐਵੇਂ ਤੁਸੀਂ ਕੋਈ ਨੰਗੇ ਪੈਰੀ ਜਾਵਾਂਗੇ ਰੱਬ ਬਹੁਤਾ ਖੁਸ਼ ਹੋਏਗਾ, ਇਹ ਬਿਲਕੁਲ ਕੋਈ ਲੋੜ ਨਹੀਂ ਹੈ। ਗੁਰਬਾਣੀ ਨੇ ਤਾਂ ਬੜਾ ਸੁਚੇਤ ਕੀਤਾ ਕਿ ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ। ਨੰਗੇ ਪੈਰੀ ਫਿਰੋਗੇ ਤੇ ਆਪਣਾ ਕੀਤਾ ਆਪ ਹੀ ਭੋਗੋਗੇ ਤੁਸੀਂ। ਠੰਡ ਲੱਗੇਗੀ, ਗਰਮੀਆਂ 'ਚ ਗਰਮੀ ਲੱਗੇਗੀ। ਰੱਬ ਨੇ ਸਹੂਲਤਾਂ ਦਿੱਤੀਆਂ, ਇਹਨਾਂ ਨੂੰ ਮਾਣੋ।
ਇਹ ਜੋ ਕੁਝ ਦਿੱਤਾ ਵੀ ਤੇ ਰੱਬ ਦਾ ਹੀ ਦਿੱਤਾ ਹੋਇਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਪ੍ਰਮਾਤਮਾ ਨੂੰ ਇਵੇਂ ਨਹੀਂ, ਗੁਰਬਾਣੀ 'ਚ ਕਿਤੇ ਨਹੀਂ ਸਤਿਗੁਰੂ ਜੀ ਨੇ ਘਰ ਛੱਡ ਦਿਓ, ਪਰਿਵਾਰ ਛੱਡ ਦਿਓ। ਗੁਰਬਾਣੀ ਕਹਿੰਦੀ ਰਹਿਣਾ ਪਰਿਵਾਰ ਵਿੱਚ ਹੈ। ਪਰਿਵਾਰ ਵਿੱਚ ਰਹਿੰਦੇ ਹਾਂ ਅਸੀਂ ਰੱਬੀ ਰਜ਼ਾ ਨੂੰ ਸਮਝੀਏ। ਗੁਰੂ ਕੇ ਸਾਡੇ ਤੇ ਬਹੁਤ ਵੱਡੇ ਭਾਗ ਨੇ। ਸਾਨੂੰ ਸਾਡੇ ਸਤਿਗੁਰੂ ਜੀ ਨੇ ਪਾਵਨ ਗੁਰਬਾਣੀ ਦਿੱਤੀ ਹੈ। ਗੁਰਬਾਣੀ ਜੋ ਸਾਨੂੰ ਜ਼ਿੰਦਗੀ ਇਸ ਸੰਸਾਰ ਵਿੱਚ ਜਿਉਣ ਦੀ ਜਾਂਚ ਦੱਸਦੀ ਕਿ ਅਸੀਂ ਜ਼ਿੰਦਗੀ ਨੂੰ ਸਫਲ ਕਿਵੇਂ ਬਣਾਉਣਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਦੋਂ ਇਹ ਪੱਧਰ ਬਣ ਗਿਆ ਫਿਰ ਬੰਦੇ ਨੂੰ ਪਤਾ ਲੱਗਦਾ ਹੈ ਕਿ ਇਹ ਜਗਤ ਵੀ ਧੂਏਂ ਦਾ ਪਹਾੜ ਹੀ ਹੈ, ਇਹ ਜਗਤ ਤੇ ਪਾਣੀ ਦਾ ਬੁਲਬੁਲਾ ਹੀ ਹੈ। ਉਹ ਫਿਰ ਇਸ ਜਗਤ ਵਿੱਚ ਰਹਿੰਦਿਆਂ ਹੋਇਆਂ ਸਿਰਫ ਤਾਂ ਸਿਰਫ ਉਸ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜਦਾ ਹੈ, ਉਹਦਾ ਆਉਣ ਜਾਣ ਮੁੱਕ ਜਾਂਦਾ ਹੈ। ਉਹ ਇਸੇ ਜੀਵਨ ਦੇ ਅੰਦਰ ਜ਼ਿੰਦਗੀ ਤੋਂ ਬਾਅਦ ਨਹੀਂ, ਜਿਸ ਤੇ ਹੋਵਾ ਤਿਸੇ ਸਮਾਣਾ, ਜਿਸ ਪਰਮਾਤਮਾ ਤੋਂ ਪੈਦਾ ਹੋਇਆ ਹੁੰਦਾ ਹੈ ਨਾ, ਉਸ ਪਰਮਾਤਮਾ ਦੇ ਵਿੱਚ ਲਿਵਲੀਨ ਹੋ ਜਾਂਦਾ ਹੈ। ਜਿਸ ਦਾ ਜ਼ਿਕਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੀਤਾ ਹੈ ਕਿ ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਸਤਿਗੁਰੂ ਜੀ ਕਹਿੰਦੇ ਉਹ ਮਨੁੱਖ ਗੁਰੂ ਦੀ ਕਿਰਪਾ ਸਦਕਾ ਗੋਬਿੰਦ ਵਿੱਚ ਪਰਮਾਤਮਾ 'ਚ ਇਵੇਂ ਲਿਵਲੀਨ ਹੋ ਜਾਂਦਾ ਹੈ ਜਿਵੇਂ ਪਾਣੀ ਪਾਣੀ ਵਿੱਚ ਸਮਾ ਜਾਂਦਾ ਹੈ। ਪਰ ਇਹ ਕੋਈ ਉਦੋਂ ਹੋਏਗਾ ਜਦੋਂ ਗੁਰੂ ਕੇ ਬਚਨਾਂ ਰਾਹੀਂ ਅਸੀਂ ਰੱਬੀ ਹੁਕਮ ਨੂੰ ਸਮਝ ਲਵਾਂਗੇ, ਰੱਬੀ ਹੁਕਮ ਵਿੱਚ ਆ ਜਾਵਾਂਗੇ, ਰੱਬੀ ਪਿਆਰ ਵਿੱਚ ਜੁੜ ਜਾਵਾਂਗੇ। ਧੰਨ ਗੁਰੂ ਅਮਰਦਾਸ ਜੀ ਦਾ ਇਹ ਪਵਿੱਤਰ ਸ਼ਬਦ ਜਿੱਥੇ ਉਹਨਾਂ ਨੇ ਕਿਹਾ ਕਿ ਜਗਤ ਵਾਹਿਗੁਰੂ ਜੀ ਦਾ ਬਣਾਇਆ, ਸਾਰੇ ਥਾਵਾਂ ਤੇ ਵਾਹਿਗੁਰੂ ਜੀ ਆ ਬੈਠਾ ਹੋਇਆ ਹੈ। ਪਰ ਇਸ ਜਗਤ ਵਿੱਚ ਰਹਿੰਦਿਆਂ ਜਿਨ੍ਹਾਂ ਨੂੰ ਰੱਬ ਦੇ ਹੁਕਮ ਦੀ ਸਮਝ ਪੈ ਜਾਂਦੀ ਹੈ ਉਹ ਰੱਬ ਦੀ ਰਜ਼ਾ ਵਿੱਚ ਲਿਵਲੀਨ ਹੋ ਜਾਂਦੇ, ਅਭੇਦ ਹੋ ਜਾਂਦੇ ਨੇ। ਪਰ ਉਸ ਤੋਂ ਇਲਾਵਾ ਜਿਹੜੇ ਸਿਰਫ ਦਿਖਾਵੇ ਦੇ ਕਰਮ ਕਰਦੇ ਨੇ, ਬਾਹਰੀ ਕਰਮ ਕਰਦੇ ਨੇ, ਉਹ ਮਾਇਆ ਦੇ ਤਿੰਨਾਂ ਗੁਣਾਂ ਤੋਂ ਮੁਕਤ ਨਹੀਂ ਹੋ ਸਕਦੇ। ਉਹ ਭਰਮ ਭਟਕਣਾ 'ਚ ਸਹਿਮ 'ਚ ਵਿਚਰਦੇ ਨੇ। ਆਪਾਂ ਅਰਦਾਸ ਕਰੀਏ, ਵਾਹਿਗੁਰੂ ਜੀ ਸਾਡੇ ਤੇ ਵੀ ਬਖਸ਼ਿਸ਼ ਕਰੋ। ਅਹਨਿਸ ਨਾਮ ਜਪੀ ਸਾਧ ਤੇਰਾ, ਅਸੀਂ ਦਿਨ ਰਾਤ ਤੁਹਾਡੇ ਨਾਮ ਨਾਲ ਜੁੜੇ ਰਹੀਏ, ਸਤ ਸੰਗਤ ਨਾਲ ਜੁੜੇ ਰਹੀਏ, ਤੁਹਾਡੇ ਦਾਸਾਂ ਦੇ ਦਾਸ ਬਣੇ ਰਹੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀਓ। ਭੁੱਲ ਚੁੱਕ ਦੀ ਖਿਮਾ ਸਤਿਗੁਰੂ ਜੀ ਸਮੂਹ ਸੰਗਤਾਂ ਨੂੰ ਆਪਣੇ ਦਰੋਂ ਗੁਰਬਾਣੀ ਦਾ ਪਿਆਰ ਬਖਸ਼ਿਸ਼ ਕਰਨ। ਪਿਆਰ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।